नमस्कार लुधियाना खबरनामा वेखਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪਰਵਿੰਦਰ। ਕੁਝ ਖਾਸ ਖਬਰਾਂ ਤੇ ਨਜ਼ਰ ਪਾਉਂਦੇ ਹਾਂ। ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ। ਲੁਧਿਆਣਾ ਵਿੱਚ ਸਵਾਈਨ ਫਲੂ ਨਾਲ ਹੋਈ ਪਹਿਲੀ ਮੌਤ। ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ। ਸਿਹਤ ਵਿਭਾਗ ਪਹਿਲਾਂ ਹੀ ਕਰ ਚੁੱਕਿਆ ਹੈ ਅਲਰਟ ਜਾਰੀ। ਲੁਧਿਆਣਾ ਦੇ ਫੀਲਡਗੰਜ ਦੇ ਵਿੱਚ 4 ਮੰਜ਼ਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ। ਲਿਫਾਫੇ ਦੇ ਗੋਦਾਮ 'ਚ ਮਚਿਆ ਅੱਗ ਦੀਆਂ ਭਾਂਬੜਾ। 40 ਤੋਂ 45 ਗੱਡੀਆਂ ਨੇ ਪਾਇਆ ਅੱਗ ਤੇ ਕਾਬੂ। ਕੰਨਾ ਬੱਸ ਸਟੈਂਡ ਤੇ ਚੋਰੀ ਕਰਦਿਆਂ ਚੋਰ ਰੰਗੇ ਹੱਥੀਂ ਕਾਬੂ। ਆਟੋ ਚਾਲਕਾਂ ਨੇ ਨਸ਼ੇ ਦੇ ਆਦੀ ਚੋਰ ਦੀ ਕੀਤੀ ਜੰਮ ਕੇ ਕੁੱਟਮਾਰ। ਹਾਈਕੋਰਟ ਦੇ ਵਿੱਚ ਵੀ ਮੋਬਾਈਲ ਅਤੇ ਵਾਹਨ ਚੋਰ ਗਿਰੋਹ ਦੇ 4 ਮੈਂਬਰ ਕਾਬੂ। ਪਾਇਲ ਦੇ ਵਿੱਚ ਵੀ ਚੋਰਾਂ ਨੇ ਇੱਕ ਹੀ ਰਾਤ 3 ਦੁਕਾਨਾਂ ਤੇ ਕੀਤੀ ਵਾਰਦਾਤ। ਜਗਰਾਉਂ 'ਚ ਐਥਲੀਟ ਕਮਲਪ੍ਰੀਤ ਕੌਰ ਦਾ ਸਨਮਾਨ। 10 ਲੱਖ ਦੀ ਇਨਾਮੀ ਰਾਸ਼ੀ ਕੀਤੀ ਗਈ ਭੇਂਟ। ਕੋਚ ਰਾਖੀ ਤਿਆਗੀ ਨੂੰ ਵੀ ਕੀਤਾ ਗਿਆ ਸਨਮਾਨਿਤ। ਰਾਏਕੋਟ ਦੇ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ। ਮਹਿਲਾਵਾਂ ਨੇ ਨਚਕਾ ਕੇ ਮਨਾਈ ਖੁਸ਼ੀ। ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਾਈਆਂ ਬੋਲੀਆਂ। ਕੇਂਦਰ ਸਰਕਾਰ ਦੀ ਕੀਤੀ ਨਖੇਦੀ। ਤੇ ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਕੋਰੋਨਾ ਦੀ ਤੀਸਰੀ ਲਹਿਰ ਦੁਨੀਆ ਦੇ ਸਿਰ ਤੇ ਮੰਡਰਾ ਰਹੀ ਹੈ ਤੇ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਨਾਮੁਰਾਦ ਬਿਮਾਰੀ ਨੇ ਦਸਤਕ ਦਿੱਤੀ ਹੈ। ਲੁਧਿਆਣਾ ਦੇ ਵਿੱਚ ਸਵਾਈਨ ਫਲੂ ਨਾਲ ਪਹਿਲੀ ਮੌਤ ਹੋਈ ਹੈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਵਾਈਨ ਫਲੂ ਨਾਲ ਮੌਤ ਹੋਣ ਮਗਰੋਂ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਿਹਾ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਦੇ ਪਹਿਲ ਦੇ ਆਧਾਰ ਤੇ ਟੈਸਟ ਕਰਵਾਏ ਜਾਣ ਦੀ ਗੱਲ ਕਹੀ ਹੈ। ਹਾਲਾਂਕਿ ਸਿਹਤ ਵਿਭਾਗ ਨੇ ਪਹਿਲਾਂ ਹੀ ਇਸੇ ਬਾਰੇ ਅਲਰਟ ਜਾਰੀ ਕੀਤਾ ਹੋਇਆ ਤੇ ਸਿਹਤ ਵਿਭਾਗ ਦੇ ਵੱਲੋਂ ਇਸ ਦੇ ਲੱਛਣਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਵਾਈਨ ਫਲੂ ਦੀ ਇੱਕ ਡੈਥ ਕਨਫਰਮ ਹੋਈ ਹੈ। ਪੇਸ਼ੈਂਟ ਸਿੰਪਟਮਸ ਦੇ ਨਾਲ ਡੀਐਮਸੀ ਕਾਲਜ ਐਂਡ ਹਸਪੀਟਲ 'ਚ ਐਡਮਿਟ ਸੀਗੇ। ਕੱਲ੍ਹ ਉਹਨਾਂ ਦੀ ਡੈਥ ਹੋਈ ਹੈ। ਇੱਕ ਲੇਡੀ ਹੈਗੀ ਹੈ 59 ਇਅਰਸ ਦੀ। ਉਹਨਾਂ ਦੇ ਜਿਹੜੇ ਨਾਲ ਰਹਿੰਦੇ ਸੀ, ਉਹਨਾਂ ਦੀ ਡਾਟਰ, ਸਨ ਇਨ ਲਾ ਐਂਡ ਗ੍ਰੈਂਡਸਨ, ਆਪਾਂ ਉਹਨਾਂ ਨੂੰ ਵੀ ਸਾਰੇ ਉਹਨਾਂ ਦੀ ਟੈਸਟਿੰਗ ਲਈ ਐਂਡ ਫਰਦਰ ਅਗਰ ਕੁਝ ਨਿਕਲਦਾ ਤਾਂ ਉਹਦੀ ਟ੍ਰੀਟਮੈਂਟ ਲਈ ਆਪਾਂ ਸਿਵਲ ਹਸਪੀਟਲ ਲੁਧਿਆਣੇ ਉਹਨਾਂ ਨੂੰ ਭਿਜਵਾਤਾ ਹੈ। ਵੈਸੇ ਉਹਨਾਂ 'ਚ ਕੋਈ ਲੱਛਣ ਕੋਈ ਨਹੀਂ ਸੀਗੇ। ਤਾਂ ਇਹਦੇ ਜਿਹੜੇ ਸਾਈਨ ਐਂਡ ਸਿੰਪਟਮਸ ਹੈ, ਬੇਸਿਕਲੀ ਇਹਦੇ 'ਚ ਕਫ, ਖਾਂਸੀ ਕਾਫੀ ਹੁੰਦੀ ਹੈ, ਦੈਨ ਸਨੀਜ਼ਿੰਗ ਬਹੁਤ ਹੁੰਦੀ ਹੈ, ਰਨਿੰਗ ਨੋਜ਼ ਹੁੰਦਾ ਹੈ, ਤੇਜ਼ ਬੁਖਾਰ ਹੁੰਦਾ ਹੈ, ਤਾਂ ਜਨਰਲ ਬੋਡੀ ਏਕਸ ਹੋ ਜਾਣਗੀਆਂ, ਮਲੇਜ਼ ਜਿਹਾ ਰਹਿੰਦਾ ਹੈ, ਈਵਨ ਨੋਜ਼ੀਆ ਐਂਡ ਵੋਮਟਿੰਗ ਵੀ ਰਿਪੋਰਟ ਹੋਈ ਹੈ। ਤਾਂ ਮੈਂ ਤਾਂ ਇਹੀ ਸਾਰੇ ਆਪਣੇ ਪ੍ਰਦੇਸ਼ ਦੇ ਲੋਕਾਂ ਨੂੰ ਇਹੀ ਕਹਾਂਗਾ ਕਿ ਜਿਹਨੂੰ ਵੀ ਕਿਸੇ ਨੂੰ ਇਸ ਤਰ੍ਹਾਂ ਦੇ ਲੱਛਣ ਜੇ ਮਹਿਸੂਸ ਹੁੰਦੇ ਆ ਤਾਂ ਉਹ ਆਪਣੇ ਨੀਅਰੈਸਟ ਸਰਕਾਰੀ ਹਸਪਤਾਲ ਜਾ ਕੇ ਇਹਨਾਂ ਦਾ ਟੈਸਟ ਕਰਾਉਣ। ਥਰੋਟ ਸਵੈਬ ਰਾਹੀਂ ਟੈਸਟ ਹੋ ਜਾਂਦਾ ਤਾਂ ਉਹਦੇ 'ਚੋਂ ਅਗਰ ਕਨਫਰਮ ਹੁੰਦਾ ਤਾਂ ਇਹਦੀ ਮੈਨੇਜਮੈਂਟ ਉੱਥੇ ਆਰਾਮ ਨਾਲ ਹੋ ਜਾਂਦੀ ਹੈ। ਲੁਧਿਆਣਾ ਦੇ ਫੀਲਡਗੰਜ ਇਲਾਕੇ ਦੇ ਵਿੱਚ ਇੱਕ 4 ਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਅੱਗ ਸਵੇਰੇ 5 ਵਜੇ ਦੇ ਕਰੀਬ ਲੱਗੀ ਹੈ। ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਹੈ। ਫਿਲਹਾਲ ਇਸ ਦੌਰਾਨ ਗਣੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਘਟਨਾ ਨਾਲ ਲੱਖਾਂ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਲਾਗੇ नीचे मत चला ਹਾਂਜੀ कोई आगे नहीं करे ਤੇ ਇਹ ਮੋਦੀ ਕੇਅਰ ਆ ਲਿਫਾਫਿਆਂ ਦਾ ਗਡਾਉਣ ਆ ਜੀ 4 ਮੰਜ਼ਲਾ ਤੇ ਤਕਰੀਬਨ ਇਹ 5:45 ਤੇ ਸੁਬਾਹ ਅੱਗ ਲੱਗੀ ਅੱਜ ਤੇ ਹੁਣ ਤੱਕ ਅਸੀਂ 75 ਤੋਂ 80% ਅੱਗ ਜਿਹੜੀ ਕੰਟਰੋਲ ਕਰ ਚੁੱਕੇ ਹਾਂ। ਤੇ 40 ਤੋਂ 45 ਗੱਡੀਆਂ ਪਾਣੀ ਦੀਆਂ ਅਸੀਂ ਅੱਗ ਤੇ ਪਾ ਚੁੱਕੇ ਹਾਂ। कोई ਜਾਨੀ ਨੁਕਸਾਨ ਕੋਈ ਨਹੀਂ ਹੈ। ਬਾਕੀ ਕੰਮ ਚੱਲ ਰਿਹਾ ਜੀ ਹਾਲੇ ਤੇ ਪਾਣੀ ਪੈ ਰਿਹਾ ਜੀ ਅੱਗ। ਖਬਰ ਖੰਨਾ ਤੋਂ, ਜਿੱਥੇ ਕਿ ਲਲਹੇੜੀ ਚੌਂਕ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਤੇ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਹੈ। ਨੈਸ਼ਨਲ ਹਾਈਵੇ ਤੇ ਜਾ ਰਹੀ ਮਹਿਲਾ ਨੂੰ ਟਰੱਕ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਰਕੇ ਮਹਿਲਾ ਦੇ ਸਰੀਰ ਦੇ ਕਈ ਟੁਕੜੇ ਹੋ ਗਏ। ਉਧਰ ਹਾਦਸੇ ਤੋਂ ਬਾਅਦ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ। ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਪਿਛਲੇ 1 ਸਾਲ ਤੋਂ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਅਤੇ ਬਾਕੀ ਰਹਿੰਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਹੋਏ ਨੇ, ਜਿਸ ਕਰਕੇ ਇਹ ਸੜਕ ਹਾਦਸੇ ਵਾਪਰਦੇ ਨੇ। ਅਸੀਂ ਮੋਟਰਸਾਈਕਲ ਦੇ ਉਰੇ ਬੈਠੇ ਸੀਗੇ, 2-4 ਮੁੰਡੇ ਆ ਪਰੇ ਬੈਠੇ ਸੀਗੇ ਤੇ ਉਧਰੋਂ ਜਦੋਂ ਟਰੱਕ ਦੇਖਿਆ ਹੌਲੀ ਹੌਲੀ ਤੇ ਉਹ ਮੁੰਡਿਆਂ ਨੇ ਜਦੋਂ ਦੇਖ ਲਿਆ ਬੁੜੀ ਬਜ਼ੁਰਗ ਦੀ ਹੌਲੀ ਹੌਲੀ ਆ ਰਹੀ, ਟਰੱਕ ਵੀ ਤਕਰੀਬਨ ਹੌਲੀ ਉਹਦੀ, ਉਹਨਾਂ ਨੇ ਬਹੁਤ ਰੌਲਾ ਪਾਇਆ। ਉਹ ਟਰੱਕ ਮੈਂ ਵੀ ਭੱਜ ਕੇ ਮੋਟਰਸਾਈਕਲ ਦਾ ਨਾਲੇ ਖੜਾ, ਮੈਂ ਉੱਤਰ ਕੇ ਮੂਹਰੇ ਚਲਾ ਗਿਆ ਗੱਡੀ ਤੇ ਵੀ ਗੁੱਡੀ ਆ ਮੂਹਰੇ, ਬੁੜੀ ਆ। ਪਰ ਉਸ ਬੰਦਾ ਹੌਲੀ ਹੌਲੀ ਤੇ ਰੋਕਿਆ ਨਹੀਂ, ਉਹਦਾ ਧਿਆਨ ਪਤਾ ਨਹੀਂ ਕਿੱਥੇ ਸੀਗਾ। ਮੂਹਰਲਾ ਟਾਇਰ ਚੜ੍ਹਦਾ, ਉਹਨੇ ਮਗਰਲਾ ਵੀ ਚੜ੍ਹਦਾ। ਜਦ ਮੈਂ ਮੂਹਰੇ ਜਾ ਹੱਥ ਨਾਲ ਰੋਕਿਆ ਟਰੱਕ ਤਾਂ ਰੁਕਿਆ ਉਹ ਬੰਦਾ। ਫਿਰ ਨਾਲ ਦੇ ਮੁੰਡਿਆਂ ਨੇ ਫੜ ਕੇ ਉਹਨੂੰ ਥਾਣੇ 'ਚ ਦੇ ਆਏ। ਇੱਕ ਮੋਬਾਈਲ ਸੀਗਾ, ਇੱਕ ਮੋਬਾਈਲ ਚੱਕ ਕੇ ਉਹ ਵੀ ਦੇ ਆਂਦਾ ਉਹਨਾਂ ਨੇ।
ਲੁਧਿਆਣਾ ਤਾਜਪੁਰ ਰੋਡ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਨਹਾਉਂਦੇ ਹੋਏ ਵਿਅਕਤੀ ਤੇ ਗੁਆਂਢੀਆਂ ਨੇ ਹਮਲਾ ਕਰ ਦਿੱਤਾ ਹੈ। ਹਮਲੇ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਫਿਲਹਾਲ ਥਾਣਾ ਡਿਵੀਜ਼ਨ नंबर 7 ਦੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ है। सुबह मैं नलके पे नहा रहा था जो में श्याम सैनी श्याम सैनी और उसके लड़के उसके 4 लड़के जो कि उसने जो कि ज़बरदस्ती से रास्ते पे सीढ़ी बना दिया, जो कि मैं उसको रोका तो वो कई दिनों से मेरे ऊपर गाली गलौज कर रहा था और आज सुबह भी उसने गाली देना चालू कर दिया। मैं नहाने गाली दे रहा था, मैं नलके पे नहाने चला गया था। जब मैंने उसे गाली देने के लिए गाली देने पर विरोध जताया तो उसके लड़के आकाश और विशाल और शेखर तीनों ने जान से मारने के इरादे से एक मोटा सा बल्ली मेरे सिर के ऊपर मारा। उसके बाद फिर वो तीनों चारों भाई मुझे बुरी तरीके से मारने लगे। मेरी भतीजी लक्ष्मी को मारा। ਖੰਨਾ ਬੱਸ ਸਟੈਂਡ ਤੇ ਆਟੋ ਚਾਲਕਾਂ ਦੇ ਵੱਲੋਂ ਚੋਰ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਆਟੋ ਚਾਲਕਾਂ ਨੇ ਨਸ਼ੇ ਦੇ ਆਦੀ ਇਸ ਚੋਰ ਦੀ ਜੰਮ ਕੇ ਕੁੱਟਮਾਰ ਕੀਤੀ ਹੈ। ਇਸ ਘਟਨਾਕ੍ਰਮ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਇਹ ਚੋਰ ਨਸ਼ੇ ਦਾ ਆਦੀ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਆਟੋਆਂ ਦੇ ਵਿੱਚੋਂ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਵੇਚਦਾ ਸੀ। ਫਿਲਹਾਲ ਪੁਲਿਸ ਦੇ ਹਵਾਲੇ ਇਹ ਚੋਰ ਕਰ ਦਿੱਤਾ ਗਿਆ ਤੇ ਕਾਰਵਾਈ ਜਾਰੀ ਹੈ। ਜੀ ਜਿਹੜੇ ਚੋਰ ਸੀਗਾ ਨਾ ਉਹ ਆਟੋਆਂ ਦੇ ਗੱਲਿਆਂ 'ਚੋਂ ਪੈਸੇ ਕਦੇ ਆਰਸੀਆਂ ਕੱਢ ਲੈਂਦਾ ਸੀ, ਕਦੇ ਕੀ ਕਰ ਲੈਂਦਾ ਸੀਗਾ ਤੇ ਆਪਣੇ ਨਸ਼ੇ ਪੱਤੇ ਪੂਰੇ ਕਰਦੇ, ਨਸ਼ੇ 'ਚ ਰੱਜਿਆ ਪਿਆ ਸੀਗਾ ਉਹ, ਚਿੱਟਾ ਪੀਂਦਾ ਸੀਗਾ। ਤੇ ਜੋ ਕੁਝ ਦੇਖਿਆ ਵੀ ਸਾਡਾ ਇੱਕ ਬੰਦਾ ਆ ਰਿਹਾ ਸੀਗਾ, ਉਹਨੇ ਦੇਖਿਆ ਵੀ ਇਹ ਆਟੋ ਦੇ ਵਿੱਚ ਉੱਪਰਾ ਬੈਠਾ, ਉਹ ਫਿਰ ਉਹਨੂੰ ਫੜ ਲਿਆ ਗਿਆ ਉਸ ਹਿਸਾਬ ਨਾਲ। ਤੇ ਉਹਨੂੰ ਸਿਟੀ 2 ਵਾਲਿਆਂ ਨੂੰ ਜਦੋਂ ਕਾਲ ਕੀਤੀ ਗਈ ਤਾਂ ਸਿਟੀ 2 ਵਾਲਿਆਂ ਨੇ ਪੁਲਿਸ ਮੁਲਾਜ਼ਮ ਭੇਜ ਕੇ ਉਹਨੂੰ ਲੈ ਗਏ ਆ ਥਾਣੇ ਦੇ ਵਿੱਚ ਅਤੇ ਉਸ ਦੀ ਉੱਪਰ ਕਾਨੂੰਨੀ ਕਾਰਵਾਈ ਕਰਨ ਦਾ ਸਾਨੂੰ ਭਰੋਸਾ ਦਿੱਤਾ ਗਿਆ। ਕਿੰਨੇ ਕੁ ਸਮੇਂ ਤੋਂ ਤੁਹਾਡੀਆਂ ਚੋਰੀਆਂ ਹੋ ਰਹੀਆਂ ਸੀ? ਸਾਡਾ ਇਹ ਘੱਟੋ ਘੱਟ 2 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ, ਬੰਦਾ ਹੱਥ ਨਹੀਂ ਆ ਰਿਹਾ ਸੀਗਾ। ਇਹ ਪੁਲਿਸ ਦੇ ਵੱਲੋਂ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਹੋਇਆਂ ਰਾਏਕੋਟ ਦੀ ਪੁਲਿਸ ਦੇ ਵੱਲੋਂ 2 ਵੱਖ-ਵੱਖ ਮਾਮਲਿਆਂ ਦੇ ਵਿੱਚ ਮੋਬਾਈਲ ਫੋਨ ਅਤੇ ਵਾਹਨ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਐਸਐਚਓ ਜਪ ਸਿੰਘ ਨੇ ਦੱਸਿਆ ਹੈ ਕਿ ਮੋਬਾਈਲ ਚੋਰੀ ਕਰਨ ਵਾਲੇ ਮਾਮਲੇ ਦੇ ਵਿੱਚ ਕਾਬੂ ਕੀਤੇ ਗਏ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਅਤੇ ਉਸਨੇ ਆਪਣਾ ਜ਼ੁਲਮ ਵੀ ਕਬੂਲ ਕਰ ਲਿਆ ਤੇ ਨਾਲ ਹੀ ਦੂਸਰੇ ਸਾਥੀ ਦੇ ਨਾਮ ਵੀ ਦੱਸਿਆ। ਉਹਨਾਂ ਦੱਸਿਆ ਹੈ ਕਿ ਇੱਕ ਹੋਰ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਰਾਏਕੋਟ ਸਿਟੀ ਪੁਲਿਸ ਨੇ ਪਿਛਲੇ ਦਿਨੀ ਬੱਸ ਸਟੈਂਡ ਰਾਏਕੋਟ ਤੋਂ ਚੋਰੀ ਕੀਤੇ ਗਏ ਮੋਟਰਸਾਈਕਲ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆਂ ਬਰਾਮਦ ਕਰ ਲਿਆ। ਸਾਡੇ ਕੋਲ ਮਿਤੀ 12/8/2021 ਨੂੰ ਪ੍ਰਕਾਸ਼ ਵਾਸੀ ਜਿਹੜਾ ਹੈਗਾ ਮਿਸੀ ਗਲੀ ਰਾਏਕੋਟ ਨੇ ਆਪਣਾ ਬਿਆਨ ਰਿਕਾਰਡ ਕਰਾਇਆ ਸੀ ਕਿ ਮਿਤੀ 9-10 ਦੀ ਦਰਮਿਆਨੀ ਰਾਤ ਨੂੰ ਮੈਂ ਆਪਣੇ ਘਰ ਦੀ ਛੱਤ 'ਤੇ ਸੁੱਤਾ ਪਿਆ ਸੀ। ਜਿਹੜੇ ਮੇਰੇ ਮੋਬਾਈਲ ਸੀ ਵੀਵੋ ਕੰਪਨੀ ਦੇ 2 ਮੋਬਾਈਲ ਸੀਗੇ ਜਿਹੜੇ ਉਹ ਸਰਾਣੇ 'ਤੇ ਪਏ ਸੀਗੇ। ਜਦੋਂ ਰਾਤ ਨੂੰ ਅਚਾਨਕ ਅੱਖ ਖੁੱਲੀ ਤਾਂ ਉਹਨਾਂ ਦਾ ਗੁਆਂਢੀ ਜਿਹੜਾ ਹੈਗਾ ਹਰਪ੍ਰੀਤ ਸਿੰਘ ਉਰਫ ਲੱਖੂ ਵਾਸੀ ਮਿਸੀ ਗਲੀ ਜਿਹੜਾ ਰਾਏਕੋਟ ਦਾ ਰਹਿਣ ਵਾਲਾ ਉਹ ਛੱਤ 'ਤੇ ਘੁੰਮਦਾ ਫਿਰਦਾ ਸੀਗਾ। ਜਦੋਂ ਇਹਨੇ ਸਵੇਰੇ ਉੱਠ ਕੇ ਦੇਖਿਆ ਜਿਹੜੇ ਮੋਬਾਈਲ ਇਹਦੇ ਮੰਜੇ 'ਤੇ ਨਹੀਂ ਸੀਗੇ ਤੇ ਇਹਨੂੰ ਸ਼ੱਕ ਹੋਇਆ ਵੀ ਇਹ ਜਿਹੜੇ ਮੇਰੇ ਮੋਬਾਈਲ ਸੀਗੇ ਇਸ ਬੰਦੇ ਨੇ ਹਰਪ੍ਰੀਤ ਸਿੰਘ ਉਰਫ ਲੱਖੂ ਨੇ ਚੋਰੀ ਕੀਤੀ ਹੈ, ਜਿਸ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਰਜਿਸਟਰ ਕਰਕੇ ਹਰਪ੍ਰੀਤ ਸਿੰਘ ਲੱਖੂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਗਿਆ। ਇਸ ਤੇ 2 ਜਿਹੜੇ ਮੋਬਾਈਲ ਸੀਗੇ ਜੀ ਉਹ ਬਰਾਮਦ ਕਰਾਏ ਗਏ ਅਤੇ ਦੌਰਾਨੇ ਪੁੱਛਗਿੱਛ ਇਹਨੇ ਮੰਨਿਆ ਕਿ ਮੇਰੇ ਨਾਲ ਇੱਕ ਐਕਟਿਵਾ ਜਿਹੜੀ ਨੰਬਰੀ PV10 GG 5313 ਜਿਹੜੀ ਟਾਹਲੀਵਾਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਈ ਸੀ ਉਹ ਇਹ ਤੋਂ ਬਰਾਮਦ ਕਰਾਈ ਗਈ ਹੈ। ਇਹਦੇ ਨਾਲ ਜਿਹੜਾ ਹੈਗਾ ਸੀ ਇੱਕ ਹੋਰ ਬੰਦਾ ਜਿਹੜਾ ਮਨਪ੍ਰੀਤ ਸਿੰਘ ਬਬਲੂ ਪੁੱਤਰ ਬੂਟਾ ਸਿੰਘ ਵਾਸੀ ਗੁਰੂ ਨਾਨਕਪੁਰਾ ਮਹੱਲਾ ਜਿਹੜਾ ਰਾਏਕੋਟ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। ਉਧਰ ਪਾਇਲ ਦੇ ਵਿੱਚ ਇੱਕ ਹੀ ਰਾਤ 3 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਤਿੰਨੇ ਹੀ ਚੋਰੀ ਦੀਆਂ ਵਾਰਦਾਤਾਂ ਪੁਲਿਸ ਸਟੇਸ਼ਨ ਪਾਇਲ ਤੋਂ ਮਹਿਜ਼ 50 ਗਜ਼ ਦੇ ਦਾਇਰੇ ਅੰਦਰ ਹੀ ਹੋਈਆਂ ਨੇ। ਚੋਰਾਂ ਦੇ ਵੱਲੋਂ ਪਹਿਲੀ ਚੋਰੀ ਕਦੋਂ ਰੋਡ ਤੇ ਕੀਤੀ ਗਈ ਜਦਕਿ ਦੂਸਰੀ ਚੋਰੀ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਘਰ ਤੋਂ ਮਹਿਜ਼ 20 ਗਜ਼ ਦੀ ਦੂਰੀ ਤੇ ਹੋਈ ਅਤੇ ਬਾਕੀ ਪਾਇਲ ਦੇ ਮੇਨ ਬਾਜ਼ਾਰ ਦੇ ਵਿੱਚ ਹੋਈਆਂ ਨੇ। ਤਿੰਨੋਂ ਦੁਕਾਨਾਂ ਦੇ ਮਾਲਕਾਂ ਦੇ ਮੁਤਾਬਕ 3 ਦਿਨ ਗੁਜ਼ਰ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੋਈ ਵੀ ਸੁਰਾਖ ਨਹੀਂ ਲੱਗਿਆ। ਚੋਰੀ ਹੋ ਗਈ ਸੋਮਵਾਰ ਸਵੇਰੇ 2:40 ਤੇ। ਰਾਤ ਦੀ ਘਟਨਾ ਹੈ? ਰਾਤ ਦੀ ਘਟਨਾ। ਕੀ ਹੋਇਆ? ਪੈਸੇ ਸੀ ਉਹ ਕੈਸ਼ ਸੀਗਾ ਜੀ, ਕੁਛ ਸਾਡੀ ਭਾਣ ਸੀਗੀ ਜੀ ਅਜੀ 22-23 ਹਜ਼ਾਰ ਰੁਪਏ, ਨਾਲੇ ਆਰਸੀ ਸੀਗੀ ਗੱਡੀ ਦੀ ਤੇ ਮੋਟਰਸਾਈਕਲ ਦੀ ਉਹ ਵੀ ਲੈ ਕੇ ਨਾਲ। ਇਹ ਕਿੰਨੀਆਂ ਚੋਰੀਆਂ ਹੋਈਆਂ ਇਹ ਰਾਤ ਨੂੰ? ਰਾਤ ਨੂੰ 3 ਹੋਈਆਂ ਨੇ ਜੀ। 3 ਹੋਈਆਂ। ਕੋਈ ਉਹਨਾਂ ਦੀ ਫੁਟੇਜ ਵਗੈਰਾ ਆਈ ਹੈ ਕਿਸੇ ਕੈਮਰੇ ਦੇ ਵਿੱਚ? ਉਹਨਾਂ ਦੀ ਹਾਂ ਆਈ ਹੈ ਜੀ। ਤੇ ਪੁਲਿਸ ਕੀ ਕਹਿ ਰਹੀ ਹੈ? ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਹੁਣ ਤੱਕ? ਕਰ ਰਹੀ ਹੈ ਜੀ, ਵੈਸੇ ਹੁਣ ਵੀ ਹੋ ਕੇ ਗਏ ਨੇ, ਦੇਖੋ ਕੀ ਕਹਿੰਦੇ ਨੇ। ਕੋਈ ਹੁਣ ਤੱਕ ਕੋਈ ਉਹਨਾਂ ਨੇ ਚੋਰੀ ਦੀ ਰਿਪੋਰਟ? ਨਾ ਕੋਈ ਰਿਪੋਰਟ ਨਹੀਂ। ਰਿਪੋਰਟ ਕਰ ਲਈ? ਰਿਪੋਰਟ ਤਾਂ ਦਰਜ ਕੀਤੀ ਹੈ ਮੇਰੇ ਨਾਂ ਤੇ ਹੋਈ ਹੈ ਜੀ। ਅੱਛਾ ਜੀ। ਕੋਈ ਹਜੇ ਤੱਕ ਸਰਾਖ ਨਹੀਂ। ਇਹੀ ਦੱਸਣਾ ਚਾਹੁੰਦਾ ਜੀ ਵੀ ਇੱਦਾਂ ਰਾਤ ਨੂੰ ਸਾਨੂੰ 4 ਵਜੇ ਚੌਂਕੀਦਾਰ ਗਿਆ
ਉਹਨੇ ਜਾ ਕੇ ਦੱਸਿਆ ਜੀ ਇੱਦਾਂ ਵੀ ਕਰਿਆਨੇ ਦੀ ਦੁਕਾਨ 'ਤੇ ਤੁਹਾਡੀ ਵੱਡੀ ਦੁਕਾਨ 'ਤੇ ਤਾਲੇ ਟੁੱਟੇ ਹੋਏ ਨੇ, ਸ਼ਟਰ ਚੱਕਿਆ ਹੋਇਆ। ਅਸੀਂ ਟਾਰਚ ਮਾਰ ਕੇ ਦੇਖਿਆ ਵੀ ਅੰਦਰ ਕੋਈ ਬੰਦਾ ਤਾਂ ਹੈ ਨਹੀਂਗਾ, ਤੇ ਆਪਣਾ ਜਾ ਕੇ ਚੈੱਕ ਕਰ ਲਓ ਵੀ ਕੀ ਮਿਸ ਹੈਗਾ। ਅਸੀਂ ਅੰਦਰ ਇੱਥੇ ਆਏ ਤੇ ਦੇਖਿਆ ਤਾਂ ਸਾਡਾ ਗੱਲਾ ਗਾਇਬ ਸੀਗਾ, ਉਹ 'ਚ ਨਗਦੀ ਗਾਇਬ ਸੀਗੀ, ਬਾਕੀ ਸਮਾਨ ਸਾਰਾ ਸਹੀ ਸੀ। ਉਸ ਤੋਂ ਬਾਅਦ ਅਸੀਂ ਥਾਣੇ ਗਏ, ਰਿਪੋਰਟ ਲਿਖਾ ਕੇ। ਜਿਹੜੀ ਚੋਰੀ ਕੀਤੀ ਗਈ ਆ ਮਤਲਬ ਸ਼ਟਰ ਜਾਂ ਜਿੰਦੇ ਤੋੜ ਕੇ ਕੀਤੀ ਗਈ ਹੈ ਜੀ? ਹਾਂਜੀ, ਜਿੰਦੇ ਖੋਲ੍ਹਿਆ ਸੀ, ਇੱਕ ਮਿਲਿਆ ਨਹੀਂ ਜਿੰਦਾ ਸਾਨੂੰ ਕਿੱਥੇ ਆ ਕਿੱਥੇ ਨਹੀਂ। ਅੱਛਾ, ਕਿੰਨਾ ਕੁ ਤੁਹਾਡਾ ਕੈਸ਼ ਲਗਭਗ ਨੁਕਸਾਨ ਹੈਗਾ ਜੀ? 15-16 ਹਜ਼ਾਰ ਦਾ ਨੁਕਸਾਨ ਹੈ ਜੀ। ਕਿੰਨੀ? ਐਸਆਈ ਮੁਖਤਿਆਰ ਸਿੰਘ, ਥਾਣਾ ਪੈਲ। ਭਾਈ ਇੱਥੇ ਜਿਹੜੀਆਂ ਪਾਇਲ ਦੇ ਵਿੱਚ ਇੱਕ ਰਾਤ ਵਿੱਚ 3 ਚੋਰੀਆਂ ਹੋਈਆਂ, ਕੀ ਕਹਿਣਾ ਤੁਹਾਡਾ ਇਸ ਨੂੰ ਲੈ ਕੇ ਸਰ? ਹਾਂਜੀ, ਮਿਤੀ 16 ਤਰੀਕ ਨੂੰ ਰਾਤ ਨੂੰ ਮਤਲਬ ਚੋਰੀਆਂ ਹੋਈਆਂ ਸੀ 3। ਸਾਡੇ ਕੋਲ ਪਨੀਤ ਸਿੰਘ, ਕੀਤ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਵਾਰਡ ਨੰਬਰ 10 ਪੈਲ ਨੇ ਬਿਆਨ ਦਰਜ ਕਰਾਇਆ। ਉਹ ਬਿਆਨ ਤੇ ਮੁਕੱਦਮਾ ਦਰਜ ਕਰਤਾ 99 ਨੰਬਰ FIR ਨੰਬਰ 99 ਮਿਤੀ 16/8/21 ਮੁਕੱਦਮਾ ਦਰਜ ਕੀਤਾ ਗਿਆ। ਦੋਸ਼ੀਆਂ ਦੀ ਭਾਲ ਜਾਰੀ ਹੈ, ਜਲਦੀ ਟ੍ਰੇਸ ਕੀਤੇ ਜਾਣਗੇ। ਕੋਈ CC ਫੁਟੇਜ ਵਗੈਰਾ ਵਿੱਚ ਕੋਈ ਪਤਾ ਲੱਗ ਰਿਹਾ? ਲੈ ਰਹੇ ਹਾਂ, ਅਸੀਂ ਫੋਟੋ ਲੈ ਰਹੇ ਹਾਂ। ਕੋਈ ਕਾਮਯਾਬੀ ਮਿਲਣ ਦੀ ਆਸ ਹੈ, ਸਾਨੂੰ ਪੂਰਾ ਜਲਦੀ ਟ੍ਰੇਸ ਕਰਾਂਗੇ। ਆਂਗਣਵਾੜੀ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਗਿਆ। ਇਸੇ ਦੇ ਤਹਿਤ ਮਾਛੀਵਾੜਾ ਦੇ ਵਿੱਚ ਵੀ ਆਂਗਣਵਾੜੀ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਇਸ ਦੌਰਾਨ ਮੁਲਾਜ਼ਮਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਵੀ ਫੂਕਿਆ। ਆਂਗਣਵਾੜੀ ਮੁਲਾਜ਼ਮਾਂ ਦੇ ਮੁਤਾਬਕ 15 ਅਗਸਤ ਨੂੰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਉਹਨਾਂ ਨਾਲ ਮੀਟਿੰਗ ਤੈਅ ਕੀਤੀ ਸੀ, ਪਰ ਬਾਅਦ ਦੇ ਵਿੱਚ ਮੀਟਿੰਗ ਰੱਦ ਕਰ ਦਿੱਤੀ ਗਈ, ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਇਹ ਰੋਸ ਜ਼ਾਹਰ ਕੀਤਾ ਗਿਆ। ਅੱਜ ਅਸੀਂ ਇਹ ਵਿਜੇਂਦਰ ਸਿੰਗਲਾ ਦਾ ਜਿਹੜਾ ਸਿੱਖਿਆ ਮੰਤਰੀ ਆ ਉਹਦਾ ਅਸੀਂ ਪੁਤਲਾ ਫੂਕਿਆ। ਜਿਸ ਦਿਨ ਸਾਡੀ 14 ਤਰੀਕ ਨੂੰ ਅਸੀਂ ਸਾਡਾ ਰਾਤ ਦਾ ਜਗਰਾਤਾ ਸੀ, ਜਿਸ ਦਿਨ ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਰਾਤ ਦਾ ਜਗਰਾਤਾ 14 ਤਰੀਕ ਨੂੰ ਲਾਉਣਾ, ਉਸ ਦਿਨ ਰਾਤ ਨੂੰ ਇਹਨਾਂ ਨੇ ਲੈਟਰ ਜਾਰੀ ਕਰਤਾ ਸੀ ਵੀ ਅਸੀਂ ਤੁਹਾਡੇ ਨਾਲ 18 ਤਰੀਕ ਨੂੰ ਮੀਟਿੰਗ ਰੱਖਾਂਗੇ, ਕਿਉਂਕਿ ਇਹਨਾਂ ਨੂੰ ਪਤਾ ਸੀ ਵੀ 14 ਤਰੀਕ ਨੂੰ 15 ਅਗਸਤ ਨੂੰ ਵੀ ਜਿਹੜੇ ਸਾਡੇ ਝੰਡੇ ਚੜਾਉਣੇ ਨੇ ਉਹਦੇ ਵਿੱਚ ਵਿਘਨ ਪਾਉਣਗੇ ਆ। ਇਹਨਾਂ ਨੇ ਮੀਟਿੰਗ ਰੱਖ ਕੇ ਜਿਹੜਾ ਕੱਲ੍ਹ ਨੂੰ ਸਾਡੇ ਸਾਰੇ ਆਪਣੇ ਅਹੁਦੇਦਾਰ ਸੀ ਪੰਜਾਬ ਦੇ ਲੀਡਰ, ਉਹ ਮੀਟਿੰਗ ਤੇ ਗਏ, ਪਰ ਇਹ ਸਿੰਗਲਾ ਉੱਥੇ ਮੀਟਿੰਗ ਤੇ ਨਹੀਂ ਆਇਆ। ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਵੀ ਅੱਜ ਮੀਟਿੰਗ ਰੱਖੀ ਹੋਈ ਆ। ਇਹ ਸਾਡੀ ਜਿਹੜੀ ਮੀਟਿੰਗ ਸੀ, ਇਹ ਜਿਹੜੇ ਸਾਡੀਆਂ ਮੰਗਾਂ ਤੋਂ ਇਹ ਉਹਦੇ ਵਾਸਤੇ ਭੱਜ ਰਿਹਾ। ਜਿਹੜੇ ਸਾਡੇ ਬੱਚੇ ਨੇ 3 ਤੋਂ 6 ਸਾਲ ਦੇ, ਜਿਹੜੇ ਸਾਡੀ ਮੇਨ ਮੰਗ ਆ ਵੀ 3 ਤੋਂ 6 ਸਾਲ ਦਾ ਬੱਚਾ ਸਾਡਾ ਵਾਪਸ ਕੀਤਾ ਜਾਵੇ। ਇਹ ਜਿਹੜਾ ਸਿੱਖਿਆ ਮੰਤਰੀ ਹੋਣ ਦੇ ਨਾਤੇ ਇਹ ਸਾਡੀ ਮੰਗ ਜਿਹੜੇ ਬੱਚੇ ਦੇਣ ਤੋਂ ਇਹ ਭੱਜ ਰਿਹਾ। ਅਸੀਂ ਤਾਂ ਇਸ ਕਹਿੰਦੇ ਹਾਂ ਵੀ ਅੱਜ ਸਾਨੂੰ ਰਾਤ ਹੀ ਪਤਾ ਲੱਗਿਆ ਵੀ ਜਿਹੜਾ ਮੇਰਾ ਨਾਮ ਮਨਜੀਤ ਕੌਰ ਆ ਜੀ, ਮੈਂ ਬਲਾਕ ਮਾਛੀਵਾੜਾ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਵਿੱਤ ਸਕੱਤਰ ਆ ਜੀ। ਇਹ ਅੱਜ ਸਾਡਾ ਜਿਹੜਾ ਇਹਨਾਂ ਨੇ ਮੀਟਿੰਗ ਰੱਖ ਕੇ ਕੱਲ੍ਹ ਸਾਡੀਆਂ ਭੈਣਾਂ ਸਾਰੀਆਂ ਸਾਡੇ ਡਿਪਾਰਟਮੈਂਟ ਦੇ ਜਿਹੜੇ ਅਹੁਦੇਦਾਰ ਨੇ ਸਾਰੇ ਉੱਥੇ ਪਹੁੰਚੇ ਹੋਏ ਸੀਗੇ, ਸਰਕਾਰੀ ਮੁਲਾਜ਼ਮ ਵੀ ਪਹੁੰਚੇ ਹੋਏ ਸੀ, ਸਾਡੇ ਡਾਇਰੈਕਟਰ ਵੀ ਪਹੁੰਚੇ ਹੋਏ ਸੀ। ਸਾਰਿਆਂ ਨੂੰ ਧੋਖਾ ਦਿੱਤਾ ਆ। ਮੰਤਰੀ ਉੱਥੇ ਮੀਟਿੰਗ ਤੇ ਪਹੁੰਚਣ ਦੀ ਬਜਾਏ ਜਦੋਂ ਵਾਰ-ਵਾਰ ਉਹਨਾਂ ਨੇ ਫੋਨ ਕੀਤੇ ਤਾਂ ਕਹਿੰਦੇ ਜੀ ਸਾਡੇ ਏਜੰਡੇ ਦੇ ਵਿੱਚ ਤੁਹਾਡੀ ਮੀਟਿੰਗ ਹੈ ਹੀ ਨਹੀਂ ਸੀਗੀ, ਜਦ ਕਿ DC ਸੰਗਰੂਰ ਦੇ ਰਾਹੀਂ ਉਹਨਾਂ ਨੇ ਲੈਟਰ ਜਾਰੀ ਕੀਤਾ ਸੀਗਾ ਵੀ ਤੁਸੀਂ ਮੀਟਿੰਗ ਤੇ ਪਹੁੰਚੋ, ਸਾਰਿਆਂ ਨੂੰ ਬਕਾਇਦਾ ਸੱਦਾ ਮਿਲਿਆ ਸੀ। ਪਰ ਹੁਣ ਜਦੋਂ ਮੌਕਾ ਆਇਆ ਉੱਥੇ ਫੇਰ ਇਹ ਡਰ ਕੇ ਭੱਜ ਗਿਆ। ਹੈਬੋਵਾਲ ਚੂੜਪੁਰ ਰੋਡ ਸਥਿਤ ਬਸੰਤ ਵਿਹਾਰ ਇਲਾਕੇ ਦੇ ਵਿੱਚ ਸੀਵਰੇਜ ਬੰਦ ਹੋਣ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦਾ ਕੋਈ ਵੀ ਹੱਲ ਨਾ ਹੋਣ ਕਰਕੇ ਸਥਾਨਕ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਸੀਵਰੇਜ ਬੰਦ ਹੋਣ ਕਰਕੇ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੋ ਜਾਂਦਾ, ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਉੱਥੇ ਸਰਪੰਚ ਮਨਦੀਪ ਸਿੰਘ ਗਰੇਵਾਲ ਨੇ ਦੱਸਿਆ ਹੈ ਕਿ ਬਰਸਾਤ ਦੇ ਕਰਕੇ ਕੰਮ ਅਧ ਵਿਚਕਾਰ ਹੀ ਰੁਕਿਆ ਹੋਇਆ ਅਤੇ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇ। ਮੇਰਾ ਨਾਮ ਸੰਜੀਵ ਹੈ ਭਾਜੀ। 14 ਨੰਬਰ ਗਲੀ ਸੰਤ ਵਿਹਾਰ ਚੂੜਪੁਰ ਪਿੰਡ ਦੇ ਵਿੱਚ ਰਹਿੰਦੇ ਆ ਜੀ। ਸਰ ਸਾਨੂੰ 4 ਸਾਲ ਹੋ ਗਏ ਜੀ ਇੱਥੇ ਰਹਿੰਦੇ ਹੋਏ, ਰਹਿ ਕੀ ਰਹੇ ਆ ਸਰ, ਬਰਦਾਸ਼ਤ ਕਰਦੇ ਪਏ ਆ ਸਰ। ਠੀਕ ਹੈ ਜੀ, ਸਾਨੂੰ ਇੱਥੇ ਪੀਣ ਨੂੰ ਪਾਣੀ ਨਹੀਂ ਮਿਲਦਾ ਵਧੀਆ, ਨਾਲੇ ਦਾ ਗੰਦਾ ਪਾਣੀ ਆਉਂਦਾ ਜੀ ਇੱਥੇ। ਠੀਕ ਹੈ ਜੀ, ਬਜ਼ੁਰਗ ਇੱਥੇ ਗਿਰ ਜਾਂਦੇ ਆ, ਬੱਚੇ ਗਿਰ ਜਾਂਦੇ ਆ। ਇੱਥੇ ਬਾਰਿਸ਼ ਹੁੰਦੀ ਹੈ, ਇੱਥੇ ਇੰਨਾ ਗਾਰਾ ਹੋ ਜਾਂਦਾ, ਕੋਈ ਆਊਟਸਾਈਡਰ ਆ ਨਹੀਂ ਸਕਦਾ, ਕੋਈ ਰਿਸ਼ਤੇਦਾਰ ਨਹੀਂ ਇੱਥੇ ਆ ਸਕਦਾ, ਕਿਸੇ ਨੂੰ ਹਸਪੀਟਲ ਲਿਜਾਣਾ ਹੋਏ ਉੱਥੇ ਨਹੀਂ ਟਾਈਮ ਸਿਰ ਲਿਜਾ ਸਕਦੇ ਜੀ। ਸਾਨੂੰ 4 ਸਾਲ ਹੋ ਗਏ ਜੀ ਇਹ ਸਾਰੀ ਚੀਜ਼ਾਂ ਫੇਸ ਕਰਦੇ ਹੋਏ। ਸਰਪੰਚ ਸਾਹਿਬ ਸਰ ਮਿੱਠੀ ਗੱਲਾਂ ਕਰ ਦਿੰਦੇ ਆ, ਹੋ ਜਾਏਗਾ ਜੀ, ਇਹ ਕੰਮ ਤੁਹਾਡਾ ਨਹੀਂ ਹੈ ਜੀ, ਇਹ ਕੰਮ ਸਾਡਾ ਨਹੀਂ ਹੈ, ਇਹ ਕੋਲੋਨਾਈਜ਼ਰ ਦਾ ਕੰਮ ਹੈ, ਕੋਲੋਨਾਈਜ਼ਰ ਕਹਿੰਦਾ ਸਰਪੰਚ ਦਾ ਕੰਮ ਹੈ, ਤੇ ਸਰ ਹੱਲ ਨਹੀਂ ਹੋ ਰਿਹਾ ਸਾਡਾ ਕੋਈ ਵੀ। ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਕਿੰਨੇ ਸਮੇਂ ਤੋਂ ਕਰਨਾ ਪੈ ਰਿਹਾ? ਸਰ 4 ਸਾਲ ਹੋ ਗਏ ਰਹਿੰਦੇ ਜੀ ਇੱਥੇ। ਸੰਡੇ ਛੁੱਟੀ ਹੁੰਦੀ ਹੈ ਜੀ, ਸੰਡੇ ਹਰ ਸੰਡੇ ਗੱਡੀਆਂ ਦੇ ਵਿੱਚ ਹੀ ਇਨਵੋਲਵ ਹੁੰਦਾ, ਪੈਸੇ ਵੀ ਲਗਾਉਂਦੇ ਆ ਤੇ ਸੁਵਿਧਾ ਵੀ ਨਹੀਂ ਸਾਨੂੰ ਮਿਲ ਪਾਉਂਦੀ ਆ। ਸਰ ਮੇਰਾ ਨਾਮ ਪ੍ਰਿਆ ਕੱਕੜ ਹੈ। ਅਸੀਂ ਸੰਤ ਵਿਹਾਰ 14 ਨੰਬਰ ਗਲੀ 'ਚ ਹੈਗੇ ਆ। ਇਸ ਟਾਈਮ ਕੀ ਪ੍ਰੋਬਲਮ ਆ ਰਹੀ ਹੈ? ਪ੍ਰੋਬਲਮ ਇਹ ਆ ਰਹੀ ਹੈ ਜੀ, ਇੱਥੇ ਦਾ ਸਰਪੰਚ ਪਿਛਲੇ 4 ਤੋਂ 6 ਸਾਲਾਂ ਤੋਂ ਹੈਗਾ ਤੇ ਮਨਦੀਪ ਸਿੰਘ ਗਰੇਵਾਲ ਤੇ 10 ਸਾਲਾਂ ਤੋਂ ਉਹ ਐਕਟਿਵ ਸਰਪੰਚ ਹੈ ਇਸ ਏਰੀਆ ਦਾ, ਪਰ ਉਹ ਕੋਈ ਡਿਵੈਲਪਮੈਂਟ ਨਹੀਂ ਕਰ ਰਿਹਾ। ਤੁਸੀਂ ਇੱਥੇ ਦੀ ਕਵਰੇਜ ਦੇਖੋ, ਇੱਕ ਸੈਕਿੰਡ ਮੈਂ ਤੁਹਾਨੂੰ ਪਲੀਜ਼ ਦਿਖਾਣਾ ਚਾਹੁੰਦੀ ਹਾਂ ਕਿ ਇੱਥੇ ਦੇਖੋ, ਅਸੀਂ ਜੇ ਇੱਥੇ ਪੈਰ ਰੱਖੀਏ ਨਾ ਸਿੱਧਾ ਬੰਦਾ ਥੱਲੇ ਜਾਏਗਾ, ਸਿੱਧਾ ਬੰਦਾ ਥੱਲੇ ਜਾਏਗਾ। ਤੇ ਇਹ 10 ਫੁੱਟ ਗਹਿਰਾ ਗੱਡਾ ਵਾ, ਜੇ ਕੋਈ ਡਿੱਗ ਜਾਵੇ, ਸਰਪੰਚ ਕਿਸੇ ਦੀ ਜਾਨ ਮਾਲ ਦੀ ਜ਼ਿੰਮੇਵਾਰੀ ਲੈਂਦਾ ਹੈ, ਕੋਈ ਬੱਚਾ ਡਿੱਗ ਜਾਵੇ ਇੱਥੇ, ਅਸੀਂ ਕਿੰਨੀ ਕਿਹਦਾ ਧਿਆਨ ਰੱਖਾਂਗੇ?
ਸਾਨੂੰ ਇਹ 3 ਦਿਨ ਤੋਂ ਤਾਂ ਆ ਪਰੇਸ਼ਾਨੀ ਆ ਰਹੀ ਹੈ ਤੇ ਇਹਨਾਂ ਸਾਰਿਆਂ ਨੂੰ 6 ਸਾਲ ਤੋਂ ਪਰੇਸ਼ਾਨੀ ਆ ਰਹੀ ਹੈ। ਪੰਚ ਨਾਲ ਗੱਲਬਾਤ ਹੋਈ ਤੁਹਾਡੀ? ਬਿਲਕੁਲ ਜੀ, ਬਹੁਤ ਵਾਰ ਗੱਲ ਹੋਈ ਹੈ। ਮੈਂ ਸਰਪੰਚ ਮਨਦੀਪ ਸਿੰਘ ਚੂੜਪੁਰ, ਜੋ ਸੰਤ ਵਿਹਾਰ 14 ਨੰਬਰ ਗਲੀ ਵਾਲੇ ਮੇਰੇ ਤੇ ਬਲੇਮ ਲਾ ਰਹੇ ਆ ਵੀ ਕੰਮ ਨਹੀਂ ਕਰਾ ਰਿਹਾ ਸਰਪੰਚ। ਆਲਰੇਡੀ ਡੇਢ ਮਹੀਨਾ ਹੋ ਗਿਆ, ਬਰਸਾਤਾਂ ਦਾ ਟਾਈਮ ਸੀ, ਮੇਰਾ ਕੰਮ ਉੱਥੇ ਸੀਵਰੇਜ ਦਾ ਚੱਲ ਰਿਹਾ, ਅਜੇ ਵੀ ਸਮਾਨ ਉੱਥੇ ਪਿਆ, ਲੇਬਰ ਮੇਰੀ ਲੱਗੀ ਹੋਈ ਆ। ਜੋ ਮਹੱਲਾ ਨਿਵਾਸੀ ਉਹ ਮੇਰਾ ਸਹਿਯੋਗ ਨਹੀਂ ਦੇ ਰਹੇ, ਠੀਕ ਆ। ਅਸੀਂ ਕਹਿੰਦੇ ਪਾਣੀ ਬੰਦ ਕਰ ਦਿਓ, ਉਹ ਪਾਣੀ ਨੂੰ ਨਹੀਂ ਬੰਦ ਕਰ ਰਹੇ। ਹੌਦੀਆਂ ਪੱਟਦੇ ਆ ਤੇ ਹੌਦੀਆਂ ਪਾਣੀ ਨਾਲ ਭਰ ਜਾਂਦੀਆਂ ਨੇ। ਪਾਣੀ ਵਾਟਰ ਸਪਲਾਈ ਪਵਾਈ ਹੈ ਮੈਂ, ਉਹ ਵਾਟਰ ਸਪਲਾਈ ਦੀ ਪਾਈਪ ਟੁੱਟ ਗਈ, ਪਾਈਪ ਟੁੱਟਣ ਨਾਲ ਪਾਣੀ ਭਰ ਗਿਆ, ਅਸੀਂ ਵਾਟਰ ਸਪਲਾਈ ਪਿੱਛੋਂ ਸਪਲਾਈ ਬੰਦ ਕਰਤੀ। ਹੁਣ ਉਹ ਪਾਣੀ ਬਾਰਿਸ਼ ਪੈਣ ਨਾਲ ਪਾਣੀ ਗੰਦਾ ਹੋ ਜਾਂਦਾ, ਸੀਵਰੇਜ ਦਾ ਪਾਣੀ ਉਹ ਘਰਾਂ ਦਾ ਬੰਦ ਨਹੀਂ ਕਰਦੇ, ਇਸ ਕਰਕੇ ਹੌਦੀਆਂ ਭਰ ਜਾਂਦੀਆਂ ਨੇ ਰਾਤ। ਤੇ ਉੱਥੇ ਹੁਣ ਪਾਣੀ ਤਾਂ ਗੰਦਾ ਹੋਣਾ ਹੀ ਹੈ, ਜਦ ਘਰਾਂ ਦਾ ਸਾਰਾ ਪਾਣੀ ਇੱਧਰੋਂ ਮਿੱਟੀ ਦਾ ਪਾਣੀ ਜਾਂ ਹੋਰ ਵੀ ਹੈ, ਸਾਰਾ ਗੰਦਾ ਹੋ ਜਾਂਦਾ ਵਾ। ਉਸ ਨੂੰ ਕਹਿੰਦੇ ਵੀ 2-4 ਦਿਨ ਤੁਸੀਂ ਵੇਟ ਕਰੋ, ਵੀ ਸਾਡਾ ਲੇਬਰ ਲੱਗੀ ਹੋਈ ਆ, ਅਸੀਂ 2-4 ਦਿਨ ਦੇ ਵਿੱਚ ਇਹਨੂੰ ਹੁਣ ਖਤਮ ਕਰ ਦੇਣਾ, ਬਰਸਾਤਾਂ ਦਾ ਟਾਈਮ ਲੰਘ ਚੁੱਕਾ। ਪਰ ਪਬਲਿਕ ਇਸ ਗੱਲ ਨੂੰ ਸਮਝ ਨਹੀਂ ਰਹੀ। ਹੁਣ ਅਸੀਂ ਕਿਵੇਂ ਕਰੀਏ ਦੱਸੋ? ਹੁਣ ਅਸੀਂ ਤਾਂ ਆਪਦੇ ਕੋਲ ਉਹਨਾਂ ਨੂੰ ਵੀ ਕਹਿੰਦੇ ਵੀ ਜੇ ਤੁਹਾਨੂੰ ਕਿਤੇ ਲੋੜ ਆ ਅਸੀਂ ਉੱਥੇ ਖਰਚਾ ਵੀ ਕਰਨ ਨੂੰ, ਆਪਦੇ ਕੋਲੋਂ ਵੀ ਖਰਚਾ ਕਰਨ ਨੂੰ ਤਿਆਰ ਆ। ਬੁਲੇਟਿਨ ਦੇ ਵਿੱਚ ਖਬਰਾਂ ਹਲੇ ਹੋਰ ਵੀ ਨੇ, ਜਿਸ ਤੇ ਨਜ਼ਰ ਪਾਵਾਂਗੇ ਇਸ ਬ੍ਰੇਕ ਤੋਂ ਬਾਅਦ। ਲੁਧਿਆਣਾ ਵਿਖੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਇੱਕ ਅਹਿਮ ਬੈਠਕ ਕੀਤੀ ਗਈ, ਜਿਸ ਵਿੱਚ ਅਕਾਲੀ ਦਲ ਬਸਪਾ ਦੇ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ 2022 ਦੀਆਂ ਚੋਣਾਂ ਦੇ ਵਿੱਚ ਲੋਕ ਕਾਂਗਰਸ ਅਤੇ ਆਪ ਨੂੰ ਮੂੰਹ ਨਹੀਂ ਲਗਾਉਣਗੇ ਤੇ ਅਕਾਲੀ ਦਲ ਬਸਪਾ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਬੰਟੀ ਰਮਾਣਾ ਜੀ, ਪ੍ਰਧਾਨ ਜੂਟ ਸਿੰਘ ਜੀ, ਸਰਦਾਰ ਸ਼ਾਮਜੀਤ ਸਿੰਘ ਜੀ ਢਿੱਲੋਂ, ਸਿਮਰਨਜੀਤ ਸਿੰਘ ਢਿੱਲੋਂ, ਉਹਨਾਂ ਦਾ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜੀ। ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਪਾਰਟੀ ਦੀ ਸਰਕਾਰ ਬਣਾਉਣ ਲਈ ਵੱਧ ਤੋਂ ਵੱਧ ਮਿਹਨਤ ਕਰਾਂਗੀ, ਉਹਦੇ ਖਰੇ ਉਤਰਾਂਗੇ ਜੀ। ਪਹਿਲਾਂ ਵੀ ਜੋ ਪਾਰਟੀ ਨੇ ਉਹਦੇ ਦਿੱਤੇ ਨੇ, ਉਹਨਾਂ ਲਈ ਪੂਰੀ ਮਿਹਨਤ ਕਰਦੇ ਰਹੇ ਜੀ, ਹੁਣ ਵੀ ਅਸੀਂ ਪੂਰਾ ਜ਼ੋਰ ਲਾਵਾਂਗੇ। ਜਿਹੜਾ ਸਮਝੌਤਾ ਹੋਇਆ ਤੁਹਾਡਾ ਅੱਜ ਬਹੁਤ ਸਮਾਜ ਪਾਰਟੀ ਨਾਲ ਮੀਟਿੰਗ ਵੀ ਰੱਖੀ ਗਈ ਸਪੈਸ਼ਲ ਤੌਰ ਤੇ, ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਸਮਝੌਤਾ ਬਹੁਤ ਵਧੀਆ ਕੀਤਾ ਜੀ, ਭਾਜਪਾ ਨਾਲੋਂ ਬਹੁਤ ਵਧੀਆ ਸਮਝੌਤਾ ਰਹੂਗਾ ਜੀ। ਇਹ ਬੀਐਸਪੀ ਦਾ ਸਰਕਾਰ ਬਣਨ ਜਾ ਰਹੀ ਹੈ ਜੀ। ਮੈਂ ਸਮਝਦਾ ਦੋਨਾਂ ਪਾਰਟੀਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਜੋਸ਼ ਹੈ, ਜਿੱਦਣ ਦਾ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਪਸ ਵਿੱਚ ਹੀ ਸੁਮੇਲ ਹੋਇਆ। ਇਹ ਸੁਮੇਲ ਜੋ ਹੋਇਆ ਬੜਾ ਸਿਧਾਂਤਕ ਸੁਮੇਲ ਹੈ। ਦੋਹਾਂ ਪਾਰਟੀਆਂ ਦੇ ਖਿਆਲਾਤ ਮਿਲਦੇ ਨੇ, ਦੋਹਾਂ ਪਾਰਟੀਆਂ ਗਰੀਬੀ ਅਮੀਰੀ ਦੇ ਵਿੱਚ ਕਿਸੇ ਕਿਸਮ ਦਾ ਉਹਨਾਂ ਨੂੰ ਫਰਕ ਨਹੀਂ ਮਹਿਸੂਸ ਹੋ ਰਿਹਾ। ਦੋਨੋਂ ਪਾਰਟੀਆਂ ਦਾ ਪੰਜਾਬ ਦੇ ਨਾਲ ਲਗਾਓ ਆ। ਔਰ ਮੈਂ ਗੱਲ ਕਹਿਣੀ ਚਾਹੁੰਦਾ, ਪੰਜਾਬ ਦੇ ਲੋਕ ਬੜੇ ਸਿਆਣੇ ਨੇ, ਇੱਕ ਅੱਧੀ ਵਾਰੀ ਗਲਤੀ ਖਾ ਸਕਦੇ ਨੇ, ਬਾਰ-ਬਾਰ ਕਦੇ ਗਲਤੀ ਨਹੀਂ ਖਾਂਦੇ। ਆਉਣ ਵਾਲਾ ਸਮਾਂ ਪੰਜਾਬ ਵਾਸਤੇ ਬਹੁਤ ਹੀ ਸੁਚੇਤ ਰਹਿਣ ਵਾਲਾ ਸਮਾਂ। ਖਬਰ ਲੁਧਿਆਣਾ ਤੋਂ, ਜਿੱਥੇ ਕਿ ਗਿੱਲ ਰੋਡ ਵਿਖੇ ਸਾਈਕਲ ਉਦਯੋਗ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਦੇ ਦੌਰਾਨ ਦੋ ਗਰੁੱਪਾਂ ਦੇ ਵਿਚਕਾਰ ਝੜਪ ਹੋਈ ਅਤੇ ਜੰਮ ਕੇ ਧੱਕਾਮੁੱਕੀ ਵੀ ਹੋਈ। ਇਸ ਦੌਰਾਨ ਯੂਨਾਈਟਿਡ ਸਾਈਕਲ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਦੀ ਦਸਤਾਰ ਵੀ ਉਤਰ ਗਈ ਹੈ। ਝੜਪ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ। ਉੱਥੇ ਹੀ ਡੀਐਸ ਚਾਵਲਾ ਨੇ ਹਮਲਾਵਰਾਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ। ਉੱਥੇ ਦਸਤਾਰ ਦੀ ਹੋਈ ਬੇਅਦਬੀ ਦੇ ਲਈ ਉਹਨਾਂ ਨੇ ਐਸਜੀਪੀਸੀ ਦੇ ਕੋਲੋਂ ਵੀ ਇਨਸਾਫ ਦੀ ਗੁਹਾਰ ਲਗਾਈ ਹੈ। ਕੱਲ੍ਹ ਐਸੋਸੀਏਸ਼ਨ ਦੀ ਮੀਟਿੰਗ ਸੀ, ਸਾਲਾਨਾ ਜਨਰਲ ਮੀਟਿੰਗ, ਜਿਹਦੇ 'ਚ ਪਰਮਿਸ਼ਨ ਲੈਣ ਤੋਂ ਬਿਨਾਂ ਜਨਰਲ ਸੈਕਟਰੀ ਨੇ ਇਨਵਾਈਟ ਕੀਤਾ ਸੀਗਾ। ਜਦੋਂ ਮੇਰੀ ਨੋਟਿਸ 'ਚ ਆਇਆ, ਕਿਉਂਕਿ ਮੀਟਿੰਗ ਮੇਰੇ ਤੋਂ ਬਿਨਾਂ ਪੁੱਛੇ ਕੀਤੀ, ਤੇ ਮੈਂ ਪ੍ਰਸ਼ਾਸਨ ਤੋਂ ਪੁੱਛਿਆ ਕਿ ਸਾਨੂੰ ਸਰਕਾਰੀ ਹੁਕਮ ਦੇ ਮੁਤਾਬਕ ਮੀਟਿੰਗ ਕਰ ਸਕਦੇ ਹਾਂ ਕਿ ਨਹੀਂ। ਉਹਨਾਂ ਨੇ 150 ਬੰਦਿਆਂ ਦੀ ਪਰਮਿਸ਼ਨ ਅਲਾਓ ਕੀਤੀ ਹੈ, ਬਟ ਅੰਦਰ ਇਹਨਾਂ ਨੇ ਜ਼ਿਆਦਾ ਬੰਦੇ ਗੁੰਡੇ ਅਨਸਰ ਬਿਠਾਏ ਹੋਏ ਸੀਗੇ ਤੇ ਉਹਨਾਂ ਨੂੰ ਇਹ ਸ਼ੋਅ ਕੀਤਾ ਗਿਆ ਕਿ ਮੈਂ ਰੋਕਿਆ ਮੈਂਬਰਾਂ ਨੂੰ, ਤੇ ਮੈਂ ਰੋਕਿਆ ਨਹੀਂ ਸੀ। ਉਹਨਾਂ ਨੂੰ ਮੈਂਬਰਾਂ ਨੂੰ ਗੁੰਮਰਾਹ ਕੀਤਾ ਗਿਆ। ਜਦੋਂ ਸੱਚਾਈ ਸਾਹਮਣੇ ਆਈ ਹੈ, ਇਹਨਾਂ ਨੇ ਆਪਣੇ ਬੈਲੈਂਸ ਸ਼ੀਟਾਂ ਪਾਸ ਕਰਾਉਣੀਆਂ ਸੀਗੀਆਂ। ਬੈਲੈਂਸ ਸ਼ੀਟਾਂ ਜਿਹਦੇ 'ਚ ਘਪਲੇ ਸੀਗੇ ਉਹ ਪਹਿਲੇ ਪਾਸ ਕਰਾਏ। ਜਦੋਂ ਮੈਨੂੰ ਪਤਾ ਲੱਗਿਆ ਕਿ ਪਾਸ ਹੋ ਰਿਹਾ, ਮੈਂ ਸਟੇਜ ਤੋਂ ਆਬਜੈਕਸ਼ਨ ਕੀਤੀ ਹੈ, ਮੈਨੂੰ ਬੋਲਣ ਨਹੀਂ ਦਿੱਤਾ ਗਿਆ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੇਰੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਇਹ ਬੰਦੇ ਜਿਹੜੇ ਹੁਣ ਵੀ ਖੁੱਲ੍ਹੇ ਘੁੰਮ ਰਹੇ ਨੇ ਐਸੋਸੀਏਸ਼ਨ ਦੇ ਵਿੱਚ, ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ। ਜਿਹੜੀ ਇਹ ਰਾਤ ਦੀ ਘਟਨਾ, ਜਿਹਨੂੰ ਅਸੀਂ ਬੜੇ ਸਿੱਧੇ ਲਫ਼ਜ਼ਾਂ 'ਚ ਮੈਂ ਬਲੈਕ ਡੇ ਆਫ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਨੂੰ ਮੈਂ ਕਹਿ ਰਿਹਾ, ਜੋ ਹੋਇਆ ਰਾਤ ਨੂੰ, ਉਹ ਅਸੀਂ ਇਹ ਜਿਹੜਾ ਜੋ ਟਰਾਮਾ ਸਾਡੇ ਸਿਰ ਤੇ ਵਸਿਆ ਹੋਇਆ, ਦਿਲ 'ਚ ਆਇਆ ਹੋਇਆ, ਅੱਖਾਂ ਖਤਮ ਭੁੱਲ ਨਹੀਂ ਪਾ ਰਹੀਆਂ। ਜਿਸ ਤਰੀਕੇ ਸਾਡੀ ਪ੍ਰੈਜ਼ੀਡੈਂਟ, ਦੇਖੋ ਵੀ ਹੈਵ ਟੂ ਰਿਸਪੈਕਟ ਦਾ ਚੇਅਰ, ਮਤਲਬ ਅਸੀਂ ਪ੍ਰੈਜ਼ੀਡੈਂਟ ਕੋਈ ਵੀ ਬਣੇ, ਅਸੀਂ ਉਹਦੀ ਰਿਸਪੈਕਟ ਕਰਨੀ ਹੈ, ਚੇਅਰ ਦੀ ਰਿਸਪੈਕਟ ਕਰਨੀ ਹੈ। ਔਰ ਜਿਸ ਤਰੀਕੇ ਉਹ ਇੱਜ਼ਤ ਦੀ ਧੱਜੀਆਂ ਉਡਾਈਆਂ ਗਈਆਂ ਰਾਤ ਨੂੰ,
ਮੇਰੇ ਖਿਆਲ ਸਾਰਿਆਂ ਨੇ ਤੁਸੀਂ ਦੇਖਿਆ ਹੈ, ਅਸੀਂ ਅੱਜ ਉਹਨਾਂ ਦਾ ਸਾਰੇ ਮਿੱਤਰ ਇਕੱਠੇ ਹੋ ਕੇ ਹਾਲ ਪੁੱਛਣ ਆਏ ਹਾਂ। ਕਾਫੀ ਗਹਿਰੀ ਸੱਟਾਂ ਵੱਜੀਆਂ ਉਹਨਾਂ ਨੂੰ, ਕੋਣੀ ਤੇ ਸ਼ੋਲਡਰ ਤੇ ਬੱਖੀਆਂ ਤੇ। ਮੈਂ ਸਮਝਦਾ ਜੀ ਇਸ ਤੋਂ ਵੱਧ ਦੁਖਤ ਭਰਾ ਦਿਨ ਇਹ ਐਸੋਸੀਏਸ਼ਨ ਲਈ ਔਰ ਇਹ ਐਡਾ ਵੱਡਾ ਦਾਗ ਹੋ ਨਹੀਂ ਸਕਦਾ। ਕਿਉਂਕਿ ਜੋ ਸਾਡੀ UCPMA ਦੀ ਹਿਸਟਰੀ ਹੈ 52 ਸਾਲ ਤੋਂ ਚੱਲੀ ਆ ਰਹੀ, ਇਸ ਹਿਸਟਰੀ ਦੇ ਵਿੱਚ ਇਸ ਸਾਲ ਜਿਹੜੀਆਂ 2 ਸਾਡੀਆਂ ਮੀਟਿੰਗਾਂ ਹੋਈਆਂ ਚਾਵਲਾ ਜੀ ਦੇ ਟੈਨਿਓਰ ਦੇ ਵਿੱਚ, ਜਦ ਕਿ ਜਨਰਲ ਹਾਊਸ ਤੇ ਐਗਜ਼ੀਕਿਊਟਿਵ ਦੀਆਂ ਮੀਟਿੰਗ ਜਿਹੜੀਆਂ ਨੇ ਉਹ ਜਨਰਲ ਹਾਊਸ ਤਾਂ 2 ਹੁੰਦੇ ਆ, ਕਿਉਂਕਿ 2 ਸਾਲ ਦਾ ਟੈਨਿਓਰ ਹੁੰਦਾ, 1 ਸਾਲ ਬਾਅਦ ਇੱਕ ਕਰਨੀ ਹੁੰਦੀ, ਦੂਜੇ ਸਾਲ ਫਿਰ ਦੂਸਰੀ ਇਲੈਕਸ਼ਨ ਤੋਂ ਪਹਿਲਾਂ। ਤੇ ਜਿਹੜੀਆਂ ਐਗਜ਼ੀਕਿਊਟਿਵ ਦੀਆਂ ਮੀਟਿੰਗਾਂ ਨੇ ਉਹ 6-7 ਹੋ ਜਾਂਦੀਆਂ ਹੁੰਦੀਆਂ, ਜਿੱਦਾਂ ਜਿੱਦਾਂ ਦੀ ਰਿਕੁਆਇਰਮੈਂਟ ਹੁੰਦੀ ਉਹਦਾ। ਇਸ ਸਾਲ ਉਹ ਵੀ ਨਹੀਂ ਕੀਤੀ ਗਈਆਂ। ਲਾਸਟ ਦੇ ਵਿੱਚ ਹੁਣ ਅਸੀਂ ਜਦੋਂ ਦੇਖਿਆ ਵੀ ਹੁਣ ਇਲੈਕਸ਼ਨ ਹੋਣ ਵਾਲੀ ਆ, ਟਾਈਮ ਆ ਗਿਆ ਹੈ, ਇੱਕ ਕੰਪਨੀ ਐਕਟ ਦੇ ਵਿੱਚ ਜਿੱਥੇ ਸਾਡੀ ਇਹ ਰਜਿਸਟਰਡ ਹੈ ਉਹਦੇ ਹਿਸਾਬ ਨਾਲ ਸਾਡਾ ਇਹ ਪ੍ਰੋਸੀਜਰ ਬਣਦਾ, ਸਾਨੂੰ ਕਰਨੀ ਪੈਣੀ ਹੈ। ਤੇ ਅਸੀਂ ਐਗਜ਼ੈਕਟਿਵ ਦੀ ਮੀਟਿੰਗ ਸੱਦੀ, ਜਨਰਲ ਸੈਕਟਰੀ ਸਾਹਿਬ ਨੇ ਜਦੋਂ ਮੀਟਿੰਗ ਸੱਦੀ ਆ ਤੇ ਉਹਦੇ ਵਿੱਚ ਵੀ ਇਹਨਾਂ ਨੇ ਜਾ ਕੇ ਪੁਲਿਸ ਤੋਂ ਇੱਦਾਂ ਦੀ DC ਸਾਹਿਬ ਤੋਂ ਲੈ ਕੇ ਆਏ ਪਰਮਿਸ਼ਨ ਵੀ ਸਿਰਫ 30 ਬੰਦੇ ਜਾਣਗੇ, ਉਸ ਤੋਂ ਇਲਾਵਾ ਬਾਕੀ ਬੰਦੇ ਨਹੀਂ ਜਾਣਗੇ। ਪੰਜਾਬ ਸਟੇਟ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਦੇ ਵੱਲੋਂ ਸਫਾਈ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਸੁਣਨ ਦੇ ਲਈ ਅਹਿਮ ਬੈਠਕ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਸਫਾਈ ਕਰਮਚਾਰੀਆਂ ਦੇ ਵੱਲੋਂ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ ਘਰਾਂ ਦੇ ਵਿੱਚੋਂ ਕੂੜਾ ਚੁੱਕਣ ਦਾ ਕੰਮ ਕਿਸੇ ਨਿੱਜੀ ਕੰਪਨੀ ਨੂੰ ਨਾ ਦਿੱਤਾ ਜਾਵੇ। ਸਫਾਈ ਕਰਮਚਾਰੀਆਂ ਨੇ ਅਪੀਲ ਕੀਤੀ ਗਈ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਡੋਰ ਟੂ ਡੋਰ ਜਾ ਕੇ ਕੂੜਾ ਚੁੱਕਣ ਦਾ ਕੰਮ ਕਰ ਰਹੇ ਨੇ, ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਨੇ। ਉਹਨਾਂ ਜਾਣਕਾਰੀ ਇਹ ਵੀ ਮਿਲੀ ਹੈ ਕਿ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਇਹ ਕੰਮ ਕਿਸੇ ਨਿੱਜੀ ਕੰਪਨੀ ਨੂੰ ਠੇਕੇ ਦੇ ਆਧਾਰ ਤੇ ਦਿੱਤਾ ਜਾ ਰਿਹਾ। ਉਹਨਾਂ ਅਪੀਲ ਕੀਤੀ ਹੈ ਕਿ ਇਹ ਕੰਮ ਉਹਨਾਂ ਤੋਂ ਨਾ ਖੋਇਆ ਜਾਵੇ। AP ਰਾਣਾ, ਸੈਂਟਰ ਬਾਲਮਿਕ ਸਭਾ ਲੁਧਿਆਣੇ ਤੋਂ ਜ਼ਿਲ੍ਹਾ ਪ੍ਰਧਾਨ। ਤੇ ਅੱਜ ਜੋ ਗੇਜਾ ਰਾਮ ਜੀ ਇੱਥੇ ਸਾਡੇ ਸਰਕਟ ਹਾਊਸ ਦੇ ਵਿੱਚ ਆਏ, ਉਹਨਾਂ ਦਾ ਵੈਲਕਮ ਕਰਦੇ ਹਾਂ ਸਾਰੇ ਸਮਾਜ ਵੱਲੋਂ, ਲੁਧਿਆਣਾ ਸਫਾਈ ਸੇਵਕਾਂ ਵੱਲੋਂ, ਔਰ ਸਾਰੇ ਜੋ ਵੀ ਸਾਡੀ ਟੀਮ ਹੈ ਉਹਨਾਂ ਦਾ ਵੈਲਕਮ ਆ। ਔਰ ਜਿਹੜੀ ਬਦਨਿੱਕੀ ਹੋਈ ਹੈ ਪਿਛਲੀ ਵਾਰੀ ਤੁਹਾਨੂੰ ਪਤਾ ਹੀ ਆ, ਉਹਦੇ ਦੀ ਸਖਤ ਸ਼ਬਦਾਂ ਰਾਹੀਂ ਨਿੰਦਿਆ ਕਰਦੇ ਹਾਂ। ਉਹ ਜਿਹੜੇ ਅਫਸਰਾਂ ਨੇ ਬਦਸਲੂਕੀ ਕੀਤੀ ਆ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਜਿਹੜਾ ਦੇਖਿਆ ਰਿਹਾ ਕਿ ਜਿਹੜੇ ਉਹਨਾਂ ਤੇ ਕਾਰਵਾਈ ਵੀ ਕਰਾਂਗੇ, ਪੁਲਿਸ ਕਾਰਵਾਈ ਕਰਾਂਗੇ। ਬਿਲਕੁਲ ਕਾਰਵਾਈ ਹੋਏਗੀ। ਔਰ ਜਿਹੜੇ ਬੰਦੇ ਜਿਹੜੇ ਵੀ ਇੱਥੇ ਅਫਸਰਸ਼ਾਹੀ ਆ ਔਰ ਸਫਾਈ ਕਰਮਚਾਰੀ ਸੇਵਕਾਂ ਨੂੰ ਦਬਾਉਣਾ ਚਾਹੁੰਦੀ ਆ, ਔਰ ਸਫਾਈ ਕਰਮਚਾਰੀਆਂ ਤੋਂ ਬਿਨਾਂ ਕਿੱਟਾਂ ਤੋਂ ਬਿਨਾਂ ਕਿਸੇ ਨੰਗੇ ਪਿੰਡੇ ਸੀਵਰਾਂ ਦੇ ਵਿੱਚ ਬਾੜ ਕੇ ਕੰਮ ਕਰਾ ਰਹੀ ਆ। मैं आज अपने मानयोग गजा राम वाल्मीकि जी जो आज मतलब अपने चेयरमैन ने, मैं उन्होंने अर्ज की आ बई साढ़े समाज नाल जड़ा धक्का गौरमेंट कर रही आ वो करना चाह रही है, वो ना किया जाए। क्योंकि साढ़े बंदे गरीब बंदे ने, अपने बच्चे पढ़ाना, उनका लालन पोषण करना, उन्होंने सारा कुछ फैसिलिटी जो है वो प्राइवेट काम करके वो बेचारे अपना गुजारा कर रहे हैं। और आज तो नहीं, अब साढ़े बुजुर्ग भी पहले ये काम करे, जो कच्चा काम से उस दिन कंपनी या कोई सरकार ने मतलब काम नहीं लिता, उस दिन ये नहीं कहे ये बंदे कच्चा काम कर देने वाले जो बुजुर्ग सी, और सानू भी नहीं कहा भाई तुम ये काम कर रहे हो ये गलत हो रहा, बस कोई सहूलियत नहीं दी गई। आज तक भी कोई सहूलियत नहीं है। लेकिन आज असी अपने बच्चों को पढ़ा रहे हैं, अगर ये काम साडा चले जाऊगा तो साढ़े बच्चे तो मतलब बेरोजगार और बिना पढ़े रह जाएंगे, क्योंकि उन्होंने पढ़ाई विचकार ही रुक जानी आ। तो असी अर्ज करते हैं, साडा जो प्राइवेट काम करते हैं, असी सरकार तो कोई भी किसी तरह की आज तक ना फैसिलिटी मिली आ ना असी मांगते हैं। नहीं है कि ਇਹਦਾ ਕਾਨੂੰਨ ਹਾਈ ਕੋਰਟ ਨੇ ਦੇਖਣਾ, ਕਿਉਂਕਿ ਮੈਟਰ ਆਫ ਦੀ ਅਸੀਂ ਕੋਰਟ ਨੂੰ ਹਾਈ ਕੋਰਟ 'ਚ ਮੈਟਰ ਕਰ ਰਹੇ ਭੇਜ ਰਹੇ ਹਾਂ, ਤਾਂ ਜੋ ਹਾਈ ਕੋਰਟ ਫੈਸਲਾ ਦੇਗੀ ਉਹ ਅਸੀਂ ਮੰਨ ਲਾਂਗੇ। ਜੇ ਹਾਈ ਕੋਰਟ ਕਹਿ ਦੂਗੀ। ਕੁੱਲ ਮਿਲਾ ਕੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਉੱਤੇ ਅਫਸਰਸ਼ਾਹੀ ਹੈਵੀ ਹੋ ਰਹੀ ਹੈ? ਇਹ ਤੁਸੀਂ ਉਹ ਫੈਸਲਾ ਦੇ ਦਿਓ, ਤੁਹਾਡੇ ਸਾਹਮਣੇ ਹੀ ਹੈ। ਜਦੋਂ ਇੱਥੇ ਰੌਲਾ ਪਾ ਰਹੇ ਸੀਗੇ, ਉਹ ਠੁੱਡੇ ਮਾਰ ਰਹੇ ਸੀਗੇ, ਉਹ ਮੇਜ਼ਾਂ ਦੇ ਉੱਤੇ ਚੜ ਰਹੇ ਸੀਗੇ, ਉਹ ਕਮਲ ਰਾਮ ਵਰਗੇ, ਰਣਵੀਰ ਵਰਗੇ ਉਹ ਐਕਸ਼ਨ ਸੀਗੇ। ਉਹ ਕੋਈ ਹੋਰ ਸਧਾਰਨ ਵਿਅਕਤੀ ਤਾਂ ਹੈ ਨਹੀਂ ਤੇ ਉਹ ਪੜ੍ਹੇ ਲਿਖੇ ਵੀ ਉਹ ਸੀਗੇ ਜਿਹੜੇ ਟੈਕਨੀਕਲ ਲੋਕ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਆ। ਉਹ ਤੁਸੀਂ ਉਹਦੇ ਬਾਰੇ ਆਪੀ ਫੈਸਲਾ ਦੇ ਦਿਓ। ਰਾਏਕੋਟ ਵਿਖੇ ਸੰਤੋਖ ਸਿੰਘ ਨਗਰ ਦੇ ਵਿੱਚ ਸੀਵਰੇਜ ਪਾਉਣ ਤੋਂ ਬਾਅਦ ਸੜਕਾਂ ਦੀ ਮੁਰੰਮਤ ਨਾ ਹੋਣ ਕਰਕੇ ਸਥਾਨਕ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਧਰ ਸ਼੍ਰੋਮਣੀ ਅਕਾਲੀ ਦਲ ਰਾਏਕੋਟ ਸ਼ਹਿਰੀ ਦੇ ਆਗੂਆਂ ਦੇ ਵੱਲੋਂ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਨੇ।
ਇਸ ਮੌਕੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਪਾਉਣ ਦੇ ਲਈ ਸੜਕਾਂ ਪੁੱਟੇ ਨੂੰ 2 ਮਹੀਨੇ ਦੇ ਲਗਭਗ ਦਾ ਸਮਾਂ ਬੀਤ ਚੁੱਕਿਆ, ਪਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਸੜਕਾਂ ਦੀ ਮੁਰੰਮਤ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਧਰ ਅਕਾਲੀ ਆਗੂਆਂ ਨੇ ਕਿਹਾ ਕਿ ਸੀਵਰੇਜ ਪਾਉਣ ਸਮੇਂ ਵਰਤੀਆਂ ਗਈਆਂ ਅਣਗਹਿਲੀਆਂ ਦੇ ਕਰਕੇ ਹੀ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ। ਸੀਵਰੇਜ ਵਾਰਡ ਨੰਬਰ 1 ਦਾ ਵਾ, ਇੱਥੇ ਮਤਲਬ ਕਿ ਇਹਨਾਂ ਨੇ 4 ਇੰਚੀ ਤੇ 6 ਇੰਚੀ ਪੈਪ ਪਾ ਰਹੇ ਆ। 150-150 ਘਰ ਇੱਥੇ ਜਿਹੜੀ ਇੱਥੇ ਬਲੋਕੇਜ ਹੋ ਰਹੀ ਹੈ ਪਾਣੀ ਦੀ। ਹੁਣ ਵੀ ਇੰਨਾ ਜ਼ਿਆਦਾ ਇੱਥੇ ਬਾਰਿਸ਼ ਹੋ ਜਾਂਦੀ ਆ, ਟੋਬੇ ਵਾਂਗੂ ਭਰ ਜਾਂਦਾ ਇੱਥੇ ਸਾਰੇ ਏਰੀਆ। ਅੱਛਾ, ਕੀ ਲੱਗਦਾ ਇਹ ਜਿਹੜਾ ਛੋਟੇ ਪਾਈਪਾਂ ਪਾਈਆਂ ਜਾ ਰਹੀ ਹੈ ਪੈਪਾਂ ਦਾ ਇਹ ਲੋਸ ਆ ਜੀ। ਆਪਣੇ ਆਮ ਆਪਾਂ ਘਰਾਂ ਦੇ ਵਿੱਚ 3-4 ਇੰਚ ਦਾ ਵਾ ਘਰ ਦੇ ਵਿੱਚ ਪੈਪ ਪਾਉਂਦੇ ਆ ਮੀਂਹ ਦਾ ਪਾਣੀ ਕੱਢਣ ਲਈ। ਇਹ ਇੱਥੇ ਘਰਾਂ ਨੂੰ ਪੈਪ ਆ ਰਹੇ, ਇੱਕ ਗਲੀਆਂ ਦੇ ਵਿੱਚ 4 ਇੰਚੀ। ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀ ਗੰਦਗੀ ਹੈ ਸਾਰੀ ਘਰਾਂ ਦੇ ਵਿੱਚ ਅੰਦਰ ਜਾਣੀ ਹੈ। ਕੀ ਲੱਗਦਾ ਤੁਹਾਨੂੰ ਵੀ ਇਹ ਕੀ ਹੋ ਰਿਹਾ? ਇਹ ਕਪਲਾ ਜੀ ਬਹੁਤ ਵੱਡਾ ਹੈ ਕਿ ਇਹਨਾਂ 35-36 ਕਰੋੜ ਦਾ ਬਜਟ ਪੋਸਟਰ ਲਾਈ ਜਾਂਦੇ ਜਿਹੜੇ ਵੀ 35 ਕਰੋੜ ਆ ਗਿਆ 36 ਕਰੋੜ ਆ ਗਿਆ। ਹੁਣ ਇਹ ਤੁਸੀਂ ਦੱਸੋ ਵੀ 4 ਇੰਚੀ ਪੈਪ ਪਾ ਕੇ ਇੱਥੇ 36 ਕਰੋੜ ਰੁਪਇਆ ਲੱਗ ਜੂਗਾ। ਕੀ ਤੁਹਾਡਾ ਅਗਲਾ ਪ੍ਰੋਟੈਸਟ ਪ੍ਰੋਗਰਾਮ ਹੋਵੇ ਇਹਦੇ ਖਿਲਾਫ? ਇਹਦੇ ਖਿਲਾਫ ਇਹ ਹੈ ਜੀ, ਅਸੀਂ ਇਸ ਤੋਂ ਜ਼ਿਆਦਾ ਅੱਗੇ ਧਰਨੇ ਤੱਕ ਵੀ ਅਸੀਂ ਜਾ ਸਕਦੇ ਹਾਂ। ਇਸ ਤੋਂ ਸ਼ਹਿਰ ਦੇ ਅਸੀਂ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਾਂਗੇ ਵੀ ਸਾਰੇ ਸਾਥ ਦੇਣ ਇਹ ਗੰਦਗੀ ਨੂੰ ਰੋਕਣ ਲਈ। ਅੱਜ ਉਪਰਾਲਾ ਕੀਤਾ ਜਾਏ ਤਾਂ ਵਧੀਆ ਰਹਾਂਗੇ ਆਪਾਂ। ਜਿਹੜਾ ਸੀਵਰੇਜ ਪਾਇਆ ਜਾ ਰਿਹਾ ਇਹ 1 ਨੰਬਰ ਵਾਰਡ ਦੇ ਵਿੱਚ ਬੱਸ ਸਟੈਂਡ ਦੇ ਕੋਲ ਖੜੇ ਹਾਂ ਅਸੀਂ ਇਸ ਟਾਈਮ, ਜਿਸ ਵਿੱਚ ਅਸੀਂ ਆ ਕੇ 2-3 ਦਿਨਾਂ ਤੋਂ ਰੈਗੂਲਰ ਦੇਖ ਰਹੇ ਹਾਂ, ਜਿਹਦੇ ਵਿੱਚ ਕਾਫੀ ਗਲੀਆਂ ਦੇ ਵਿੱਚ ਜਿਨ੍ਹਾਂ 'ਚ 12-12 13 ਘਰ ਆ ਉੱਥੇ 6 ਇੰਚੀ ਪਾਈਪਾਂ ਪਾਈਆਂ ਜਾ ਰਹੀਆਂ। ਹਾਲਾਂਕਿ ਆਮ ਘਰਾਂ ਦੇ ਵਿੱਚ ਜੇ ਆਪਾਂ ਆਮ ਕੋਠੀ ਬਣਾਉਂਦੇ ਆ ਉਹਨਾਂ ਵਿੱਚ ਆਪਣੀ ਨਿਕਾਸੀ ਬਾਹਰ ਨਿਕਾਸੀ ਲਈ ਆਪਾਂ 6 ਇੰਚੀ ਪਾਈਪ ਪਾਉਂਦੇ ਆ। ਇਹ 12 ਘਰਾਂ ਲਈ 6 ਇੰਚੀ ਪਾਈਪ ਪਾ ਰਹੇ ਆ ਤੇ ਜਿਹੜੇ ਗਲੀਆਂ 'ਚ 2-2 ਘਰ ਆ ਉੱਥੇ 4 ਇੰਚੀ। ਤੇ ਇਹ ਓਵਰਫਲੋ ਨਾਲ ਥੋੜੇ ਜਿਹੇ ਸਮੇਂ ਬਾਅਦ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਆਊਗੀ। ਕੀ ਲੱਗਦਾ ਤੁਹਾਨੂੰ? ਲੱਗਦਾ ਜੀ ਇਹ ਸਿਸਟਮ ਕੀ ਚੱਲ ਰਿਹਾ ਰੈਕੋਰਡ ਦਾ। ਰੈਕੋਰਡ ਦੇ ਜਿਹੜੇ ਸਾਡੇ ਇੱਥੇ ਮਾਨਯੋਗ ਡਾਕਟਰ ਅਮਰ ਸਿੰਘ MP ਜੀ ਆ, ਉਹਨਾਂ ਦਾ ਮੁੰਡਾ ਇੱਥੇ ਹਲਕਾ ਇੰਚਾਰਜ ਆ, ਉਹਨਾਂ ਦਾ ਇੱਕ ਸਿਸਟਮ ਬਣਾਇਆ ਹੋਇਆ, ਇੱਕ ਅਫਸਰੀ ਸਿਸਟਮ ਆ, ਜਿਹਦੇ ਵਿੱਚ ਸਾਡੇ ਰੈਕੋਰਡ ਦੇ ਲੋਕਲ ਜਿਹੜੇ ਠੇਕੇਦਾਰ ਸੀ ਇੱਥੇ ਕੰਮ ਕਰਨ ਵਾਲੇ ਉਹਨਾਂ ਨੂੰ ਹਟਾ ਕੇ ਬਾਹਰੋਂ ਠੇਕੇਦਾਰ ਨਵੇਂ ਲਿਆ ਕੇ ਇੱਥੇ ਲਾਏ, ਜਿਨ੍ਹਾਂ ਨਾਲ ਸਿੱਧੇ ਤੌਰ ਤੇ ਕਰਪਸ਼ਨ ਹੋ ਰਹੀ ਹੈ। ਲੁਧਿਆਣਾ ਦੇ ਵਾਰਡ ਨੰਬਰ 46 ਦੇ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਦੇ ਤਹਿਤ ਸੜਕਾਂ ਬਣਾਉਣ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਰਪ੍ਰੀਤ ਸਿੰਘ ਕੰਗ ਨੇ ਦੱਸਿਆ ਹੈ ਕਿ ਇਸ ਕੰਮ ਤੇ ਲਗਭਗ 90 ਲੱਖ ਰੁਪਏ ਦੀ ਲਾਗਤ ਆਵੇਗੀ। ਉਹਨਾਂ ਦੱਸਿਆ ਹੈ ਕਿ ਵਾਰਡ ਨੰਬਰ 46 ਦੇ ਵਿੱਚ 5 ਕਰੋੜ ਰੁਪਏ ਦੀ ਮਨਜ਼ੂਰੀ ਮਿਲੀ ਹੈ ਅਤੇ ਇਸੇ ਦੇ ਨਾਲ ਸੂਬੇ ਦੇ ਵਿੱਚ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਮਾਲ ਟਾਊਨ ਐਕਸਟੈਂਸ਼ਨ B ਬਲਾਕ ਦੀਆਂ ਸੜਕਾਂ ਦਾ ਕੰਮ ਦਾ ਉਦਘਾਟਨ ਕੀਤਾ ਗਿਆ, ਜੋ ਕਿ 90 ਲੱਖ ਦੀ ਲਾਗਤ ਨਾਲ ਇਹ ਕੰਮ ਸ਼ੁਰੂ ਕੀਤਾ ਗਿਆ ਹੈ। ਟੋਟਲ ਵਾਰਡ ਨੰਬਰ 46 ਦੇ 5 ਕਰੋੜ ਦੇ ਕੰਮ ਪਾਸ ਹੋ ਚੁੱਕੇ ਹਨ। ਇਹ B ਬਲਾਕ ਤੋਂ ਬਾਅਦ ਅਸੀਂ ਕਰਤਾਰ ਨਗਰ, ਇੱਧਰੋਂ ਪ੍ਰੀਤਮ ਨਗਰ ਹੁੰਦੇ ਹੋਏ ਮਾਡਲ ਹਾਊਸ, ਮਾਡਲ ਟਾਊਨ ਦਾ ਇਲਾਕਾ, ਇਹ ਲਗਭਗ ਅਗਲੇ ਹਫ਼ਤੇ ਕੰਮ ਬਾਕੀ ਵੀ ਚਾਲੂ ਕੀਤੇ ਜਾਣਗੇ। ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਔਰ ਸਾਡੇ ਇਲਾਕਾ ਕੌਂਸਲਰ ਸਾਹਿਬ ਹਰਭਜਨ ਸਿੰਘ ਡੰਗ, ਉਹਨਾਂ ਦੀ ਕਿਰਪਾ ਨਾਲ ਅੱਜ ਸਾਡੇ ਵਾਰਡ ਨੰਬਰ 46 ਦੇ ਵਿੱਚ B ਬਲਾਕ 'ਚ ਅੱਜ ਸੜਕਾਂ ਦਾ ਉਦਘਾਟਨ ਜਿਹੜਾ ਉਹ ਸ਼ੁਰੂ ਹੋਇਆ ਹੈ। ਇਹ ਕਰੀਬ 90 ਲੱਖ ਦੀ ਕੀਮਤ ਦੇ ਨਾਲ ਸੜਕਾਂ ਬਣਨੀਆਂ ਤੇ ਸਾਡੇ ਸਾਰ ਹਰਭਜਨ ਸਿੰਘ ਡੰਗ ਕੌਂਸਲਰ ਸਾਹਿਬ, ਜਿਨ੍ਹਾਂ ਦੀ ਡਿਊਟੀ ਸਾਰ ਸੁਖਬੀਰ ਸਿੰਘ ਬਾਦਲ ਜੀ ਨੇ ਦਿੱਲੀ ਇਲੈਕਸ਼ਨ ਚਲਾਈ ਹੈ ਔਰ ਉਹ ਇਲੈਕਸ਼ਨ 'ਚ ਡਿਊਟੀ ਦੇ ਰਹੇ ਆ, ਤੇ ਸਾਨੂੰ ਹੁਕਮ ਹੋਇਆ ਕਿ ਅਸੀਂ ਆਪਣੇ ਇਲਾਕੇ ਦੀ ਸੇਵਾ ਜਿਹੜੀ ਹੈ ਆਪ ਜਾ ਕੇ ਸੋਨੀ ਜੀ ਦੇ ਨਾਲ ਜਾ ਕੇ ਆਪ ਕਰੀਏ। ਤੇ ਜੋ ਇਹ ਟੋਟਲ ਜਿਹੜਾ ਇਹ 5 ਕਰੋੜ ਦੀ ਲਾਗਤ ਨਾਲ 46 ਨੰਬਰ ਵਾਰਡ 'ਚ ਸਾਰਾ ਕੰਮ ਹੋ ਰਿਹਾ ਹੈ। ਟੋਕੀਓ ਓਲੰਪਿਕਸ ਦੇ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਐਥਲੀਟ ਕਮਲਪ੍ਰੀਤ ਕੌਰ ਦਾ ਜਗਰਾਉਂ ਨੇੜਲੇ ਪਿੰਡ ਜੱਸੋਵਾਲ ਕੁਲਾਰ ਦੇ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਇੱਕ ਅਕੈਡਮੀ ਦੇ ਵੱਲੋਂ ਵੀ ਉਹਨਾਂ ਨੂੰ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਕਮਲਪ੍ਰੀਤ ਕੌਰ ਦੇ ਕੋਚ ਰਾਖੀ ਤਿਆਗੀ ਨੂੰ ਵੀ 2.5 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮਲਪ੍ਰੀਤ ਕੌਰ ਨੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਹਿੱਸਾ ਲੈਣ ਅਤੇ ਖੇਡਾਂ ਦੇ ਵੱਲ ਉਤਸ਼ਾਹਿਤ ਹੋਣ ਦੇ ਲਈ ਪ੍ਰੇਰਿਤ ਕੀਤਾ। ਜਦੋਂ ਸਰ ਮੈਂ ਸਪੋਰਟਸ ਸਟਾਰਟ ਕੀਤੀ ਤੇ ਪੇਰੈਂਟਸ ਨੂੰ ਫਸਟ ਟਾਈਮ ਮੈਂ ਕਿਹਾ ਕਿ ਮੈਂ ਸਪੋਰਟਸ ਕਰਨੀ, ਤੇ ਉਹਨਾਂ ਨੇ ਥੋੜਾ ਪਾਪਾ ਨੇ ਸਾਥ ਦਿੱਤਾ, ਮੰਮੀ ਨੇ ਵੀ ਕਿਹਾ ਹਾਂ ਬੇਟਾ ਕਰ ਲੈ ਕੋਈ ਗੱਲ ਨਹੀਂ। ਲੇਕਿਨ ਜਿਹੜੇ ਆਸ-ਪੜੋਸ ਦੇ ਲੋਕ ਹੈ ਉਹ ਬੋਲਦੇ ਸੀ ਕਿ ਨਹੀਂ ਸਟੱਡੀ ਕਰਾਓ, ਠੀਕ ਹੈ, ਕਿਉਂਕਿ ਮਾਹੌਲ ਹੀ ਐਵੇਂ ਦਾ ਹੁੰਦਾ ਸਰ ਪਿੰਡਾਂ 'ਚ। ਮੁਸ਼ਕਿਲ ਸੀ ਰਿਹਾ, ਲੇਕਿਨ ਉਸ ਤੋਂ ਬਾਅਦ ਸਰ ਅਸੀਂ ਕੁੜੀਆਂ ਨੂੰ ਕੀ ਕਰਦੇ ਕਿ ਘਰੋਂ ਸਕੂਲ ਤੋਂ ਘਰ, ਕਿਤੇ ਹੋਰ ਜਾਣਾ ਅਲਾਉ ਨਹੀਂ ਹੁੰਦਾ ਗਾ। ਤੇ ਮੈਂ ਫਸਟ ਟਾਈਮ ਜਦੋਂ ਕੰਪੀਟੀਸ਼ਨ ਗਈ ਤਾਂ ਬਹੁਤ ਜ਼ਿਆਦਾ ਉੱਥੇ ਮਤਲਬ ਪਲੇਅਰਸ ਦੇਖੇ, ਲੋਕ ਦੇਖੇ ਤੇ ਨਰਵਸ ਹੋਈ। ਤੇ ਲੇਕਿਨ ਹੌਲੀ ਹੌਲੀ ਕਰਕੇ ਨਰਵਸ ਦੂਰ ਹੋਈ ਸਰ, ਕਿਉਂਕਿ ਮੈਨੂੰ ਬਚਪਨ ਤੋਂ ਅਗਰ ਐਵੇਂ ਦਾ ਮਾਹੌਲ ਮਿਲਦਾ ਤੇ ਵਧੀਆ ਰਹਿੰਦੀ। ਲੇਕਿਨ ਕੁਛ ਸਪੋਰਟਸ ਸਟਾਰਟ ਕੀਤੀ, ਕੁਛ ਮਾਹੌਲ ਕੁਛ ਲੋਕਾਂ ਦੇ ਵਿੱਚ ਹੀ ਰਹਿਣਾ, ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਿੱਚ ਜਾਣਾ ਤੇ ਨਰਵਸ ਰਹੀ।
ਲੇਕਿਨ ਹੌਲੀ ਹੌਲੀ ਕਰਕੇ ਸਰ ਇਹ ਸਾਰਾ ਮਤਲਬ ਦੂਰ ਹੋ ਗਿਆ। ਰਾਏਕੋਟ ਦੇ ਪਿੰਡ ਜੋਲਾ ਦੇ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਬੋਲੀਆਂ ਦੇ ਰਾਹੀਂ ਔਰਤਾਂ ਨੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਇਸ ਦੌਰਾਨ ਕਿਸਾਨੀ ਸੰਘਰਸ਼ ਦੇ ਲਈ ਆਵਾਜ਼ ਬੁਲੰਦ ਕਰਦਿਆਂ ਔਰਤਾਂ ਦਾ BKU ਡਕੌਂਦਾ ਦੀ ਇਕਾਈ ਜ਼ੋਲਾ ਦੇ ਵੱਲੋਂ ਸਨਮਾਨ ਕੀਤਾ ਗਿਆ। ਰਾਏਕੋਟ ਦੇ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਦੇ ਵਿੱਚ ਲਾਏ ਜਾ ਰਹੇ ਸਿਲਾਈ ਸੈਂਟਰ ਤੋਂ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਦੇ ਵੱਲੋਂ ਵੀ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਵਿਖੇ ਰਹਿਣ ਵਾਲੀ ਹਾਂ। ਇੱਥੇ ਬਹੁਤ ਸਮੇਂ ਤੋਂ ਜਿਹੜਾ ਦਸੌਣ ਦੀ ਤੀਜ ਤੋਂ ਲੈ ਕੇ ਹੁਣ ਤੱਕ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ। ਇਹ ਬਹੁਤ ਹੀ ਵਧੀਆ ਸੱਭਿਆਚਾਰਕ ਤਿਉਹਾਰ ਆ ਜੋ ਕਿ ਸਾਉਣ ਦੇ ਮਹੀਨੇ 'ਚ ਪੇਕੇ ਸਹੁਰੇ ਕੁੜੀਆਂ ਆ ਕੇ ਤੀਆਂ ਦਾਣਾ ਮੰਡੀ ਦੇ ਵਿੱਚ ਲੱਗਦੀਆਂ ਨੇ। ਉੱਥੇ ਸਾਰਾ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ। ਬਹੁਤ ਵਧੀਆ ਮਨਾਇਆ ਜਾਂਦਾ ਹੈ। ਇਹ ਪ੍ਰੋਗਰਾਮ ਕੁੜੀਆਂ ਦੇ ਸਾਉਣ ਦੇ ਤਿਉਹਾਰ ਵਿੱਚ ਹੀ ਹੁੰਦਾ ਹੈ ਤੇ ਕੁੜੀਆਂ ਸਾਰੀਆਂ ਰਲ ਮਿਲ ਕੇ ਦਿਲ ਦੇ ਚਾਅ ਪੂਰੇ ਕਰਦੀਆਂ ਨੇ ਤੇ ਆਪਦਾ ਜਿਹੜਾ ਤਿਉਹਾਰ ਦੇ ਆਨੰਦ ਮਾਣਦੀਆਂ ਨੇ। ਤੇ ਸਾਡਾ ਮਕਸਦ ਇਹੀ ਆ ਜਿਹੜੇ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਲੱਗੇ ਕਿ ਸਾਉਣ ਦਾ ਤਿਉਹਾਰ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਵੀ ਇਹ ਤਿਉਹਾਰ ਸਾਡੇ ਲਈ ਕਿੰਨਾ ਕੁ ਮਹੱਤਵਪੂਰਨ ਹੈ। ਸਾਡਾ ਮੁੱਢ ਤੋਂ ਤੀਆਂ ਦਾ ਸਾਡਾ ਰਿਵਾਜ ਆ ਜੀ। ਪਿੰਡ ਦਾ ਵੀ ਸ਼ੁਰੂ ਤੋਂ ਹੀ ਅਸੀਂ ਤੀਆਂ ਗੱਜ ਵੱਜ ਕੇ ਮਨਾਉਂਦੇ ਆ ਆਪਦੇ ਪਿੰਡ 'ਚ। ਪਰ ਇਸ ਵਾਰ ਅਸੀਂ ਤੀਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀਆਂ ਨੇ ਜੀ। ਕੀ ਇਹਦੇ 'ਚ ਖਾਸ ਗੱਲ ਰਹੀ? ਖਾਸ ਗੱਲ ਤੁਸੀਂ ਦੇਖੀ ਆ ਜੀ ਬਈ ਮਾਈਆਂ ਨੇ ਬੋਲੀਆਂ ਪਾ ਕੇ, ਮੇਰੀਆਂ ਭੈਣਾਂ ਨੇ, ਬੱਚੀਆਂ ਨੇ। ਜਿਵੇਂ ਅਸੀਂ ਤਾਂ ਸਾਰੇ ਜੁੜੇ ਆ ਕਿਸਾਨੀ ਸੰਘਰਸ਼ ਤੋਂ, ਪਿਛਲੇ 1.5 ਸਾਲ ਤੋਂ ਅਸੀਂ ਜੁੜੇ ਆ। ਇਸ ਵਾਰ ਅਸੀਂ ਕਿਸਾਨੀ ਸੰਘਰਸ਼ ਨੂੰ ਹੀ ਇਹ ਤੀਆਂ ਸਮਰਪਿਤ ਕੀਤੀਆਂ ਨੇ। ਬੋਲੀਆਂ ਪਾ ਕੇ ਮੋਦੀ ਨੂੰ ਲਾਹਣਤਾਂ ਪਾਈਆਂ ਨੇ ਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰੇ ਤੀਆਂ ਦਾ ਤਿਉਹਾਰ ਮਨਾਇਆ। ਸਾਡੇ ਹਰ ਰੀਤੀ ਰਿਵਾਜ ਵਿੱਚ ਕਿਸਾਨੀ ਸੰਘਰਸ਼ ਸ਼ਾਮਲ ਹੋ ਗਿਆ। ਜਿਵੇਂ ਤੁਸੀਂ ਦੇਖਿਆ ਵਿਆਹਾਂ ਸ਼ਾਦੀਆਂ 'ਚ, ਘਰਾਂ 'ਚ, ਛੋਟੇ ਛੋਟੇ ਬੱਚਿਆਂ 'ਚ ਉਤਸ਼ਾਹ ਬਹੁਤ ਦੇਖਣ ਨੂੰ ਮਿਲਦਾ ਜੀ। ਅੱਜ ਕੀ ਨਾਂ ਤੁਹਾਡਾ? ਮੇਰਾ ਨਾਮ ਯੋਗਿਤਾ ਸਚਦੇਵ। ਅੱਜ ਕੀ ਪ੍ਰੋਗਰਾਮ ਕਰਾਇਆ ਗਿਆ? ਅੱਜ ਅਸੀਂ ਤੀਆਂ ਦਾ ਤਿਉਹਾਰ ਮਨਾਇਆ। ਇਹ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਵਿੱਚ ਚੱਲ ਰਹੀਆਂ ਸੰਸਥਾਵਾਂ ਜਿਸ ਤਰ੍ਹਾਂ ਕਿ ਡਿਸਪੈਂਸਰੀ, ਸਿਲਾਈ ਸਕੂਲ, ਮੰਦ ਸਕੂਲ, ਬੱਚਿਆਂ ਦਾ ਸਕੂਲ, ਇਹਨਾਂ ਸਾਰਿਆਂ ਨੂੰ ਆਪਣੇ ਧਿਆਨ ਵਿੱਚ ਰੱਖਦੇ ਹੋਏ ਅਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਰਹਿਣ ਦੀ ਸੰਭਾਵਨਾ ਦਿਖਾਉਂਦੇ ਹੋਏ ਅਸੀਂ ਇਹ ਤਿਉਹਾਰ ਮਨਾਇਆ, ਜਿਸ ਵਿੱਚ ਕਿ ਛੋਟੇ ਵੱਡੇ ਸਾਰੇ ਬੱਚੇ ਅਤੇ ਸਾਰੇ ਮਿਲ ਕੇ ਤਿਉਹਾਰ ਨੂੰ ਮਨਾਇਆ ਗਿਆ। ਜਿਸ ਵਿੱਚ ਕਿ ਸਾਰਿਆਂ ਨੂੰ ਲੇਡੀਜ਼ ਨੂੰ ਸ਼ਿੰਗਾਰ ਦਾ ਸਮਾਨ ਵੀ ਵੰਡਿਆ ਗਿਆ ਅਤੇ ਸਾਰਿਆਂ ਨੂੰ ਸਿੱਖਿਆ ਦਿੱਤੀ ਗਈ ਕਿ ਸਾਰੇ ਅਸੀਂ ਇਸ ਸੱਭਿਆਚਾਰ ਨੂੰ ਕਦੇ ਵੀ ਨਹੀਂ ਭੁੱਲਾਂਗੇ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਇੱਕ ਵਾਰ ਫਿਰ ਤੋਂ। ਲੁਧਿਆਣਾ ਵਿੱਚ ਸਵਾਈਨ ਫਲੂ ਨਾਲ ਹੋਈ ਪਹਿਲੀ ਮੌਤ। ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ। ਸਿਹਤ ਵਿਭਾਗ ਪਹਿਲਾਂ ਹੀ ਕਰ ਚੁੱਕਿਆ ਹੈ ਅਲਰਟ ਜਾਰੀ। ਲੁਧਿਆਣਾ ਦੇ ਫੀਲਡਗੰਜ ਦੇ ਵਿੱਚ 4 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ। ਲਿਫਾਫੇ ਦੇ ਗੋਦਾਮ 'ਚ ਮਚਿਆ ਅੱਗ ਦੀਆਂ ਭਾਂਬੜਾ। 40 ਤੋਂ 45 ਗੱਡੀਆਂ ਨੇ ਪਾਇਆ ਅੱਗ ਤੇ ਕਾਬੂ। ਕੰਨਾ ਬੱਸ ਸਟੈਂਡ ਤੇ ਚੋਰੀ ਕਰਦਿਆਂ ਚੋਰ ਰੰਗੇ ਹੱਥੀਂ ਕਾਬੂ। ਆਟੋ ਚਾਲਕਾਂ ਨੇ ਨਸ਼ੇ ਦੇ ਆਦੀ ਚੋਰ ਦੀ ਕੀਤੀ ਜੰਮ ਕੇ ਕੁੱਟਮਾਰ। ਰਾਏਕੋਟ ਦੇ ਵਿੱਚ ਵੀ ਮੋਬਾਈਲ ਅਤੇ ਵਾਹਨ ਚੋਰ ਗਿਰੋਹ ਦੇ 4 ਮੈਂਬਰ ਕਾਬੂ। ਪਾਇਲ ਦੇ ਵਿੱਚ ਵੀ ਚੋਰਾਂ ਨੇ ਇੱਕ ਹੀ ਰਾਤ 3 ਦੁਕਾਨਾਂ ਤੇ ਕੀਤੀ ਵਾਰਦਾਤ। ਜਗਰਾਉਂ 'ਚ ਐਥਲੀਟ ਕਮਲਪ੍ਰੀਤ ਕੌਰ ਦਾ ਸਨਮਾਨ। 10 ਲੱਖ ਦੀ ਇਨਾਮੀ ਰਾਸ਼ੀ ਕੀਤੀ ਗਈ ਭੇਂਟ। ਕੋਚ ਰਾਖੀ ਤਿਆਗੀ ਨੂੰ ਵੀ ਕੀਤਾ ਗਿਆ ਸਨਮਾਨਿਤ। ਰਾਏਕੋਟ ਦੇ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ। ਮਹਿਲਾਵਾਂ ਨੇ ਨਚਕਾ ਕੇ ਮਨਾਈ ਖੁਸ਼ੀ। ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਾਈਆਂ ਬੋਲੀਆਂ। ਕੇਂਦਰ ਸਰਕਾਰ ਦੀ ਕੀਤੀ ਨਿਖੇਧੀ। ਲੁਧਿਆਣਾ ਖਬਰਨਾਮਾ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastfood.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastfood.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਤਾਂ ਇਜਾਜ਼ਤ, ਧੰਨਵਾਦ।